हेलो फ्रेंड्स, वेलकम टू माय चैनल जिसका नाम है सिमरन पंजाबी। ये चैनल मैं खास तौर ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਜੋ ਐਂਟੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਇੱਥੇ ਆ ਕੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਦੀ ਆ ਮੈਂ ਐਜੂਕੇਟਰ ਵੀ ਹੈਗੀ ਆ ਅਨਅਕੈਡਮੀ ਤੇ ਉੱਥੇ 2018 ਤੋਂ ਪੜ੍ਹਾ ਰਹੀ ਹਾਂ। ਉੱਥੇ ਜਾ ਕੇ ਡਿਟੇਲ ਵਾਈਜ਼ ਤੁਸੀਂ ਸਟੱਡੀ ਕਰ ਸਕਦੇ ਹੋ। ਕਾਫੀ ਜ਼ਿਆਦਾ ਇੰਪੋਰਟੈਂਟ ਐਮਸੀਕਿਊਜ਼ ਵੀ ਉੱਥੇ ਅਪਲੋਡ ਕਰਵਾਉਣੀ ਆ ਤੇ ਇਹ ਜਿਹੜੇ ਜਿੰਨੇ ਵੀ ਟੌਪਿਕ ਹੈਗੇ ਨੇ ਤੁਹਾਡੇ ਜਿੰਨੇ ਵੀ एनटीए ਦਾ ਸਿਲੇਬਸ ਹੈ ਉਹ ਕਲੀਅਰ ਕਰਦੇ ਨੇ। ਸੋ ਜਾ ਕੇ ਜ਼ਰੂਰ ਮੈਨੂੰ ਫੋਲੋ ਕਰੋ ਉੱਥੇ। ਇਸ ਤੋਂ ਇਲਾਵਾ ਤੁਸੀਂ ਅਨਅਕੈਡਮੀ ਤੇ ਵੀ ਫੋਲੋ ਕਰੋ, YouTube ਚੈਨਲ ਤੇ ਵੀ ਫੋਲੋ ਕਰੋ ਤੇ ਟੈਲੀਗ੍ਰਾਮ ਤੇ ਵੀ। ਇਹਨਾਂ ਸਾਰਿਆਂ ਦੀ ਆਈਡੀ ਜਿਹੜੀ ਹੋਏਗੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗੀ। ਸੋ ਅੱਜ ਅਸੀਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਭਗਤ ਕਬੀਰ ਜੀ ਦੇ ਬਾਰੇ ਪੜਨ ਜਾ ਰਹੇ ਹਾਂ। ਸਾਨੂੰ ਜਿਹੜੀ ਲਾਸਟ ਵਾਲੀ ਵੀਡੀਓ ਸੀ ਅਸੀਂ ਇੱਥੋਂ ਤੱਕ ਕੰਪਲੀਟ ਕੀਤੀ ਸੀ ਨਾ। ਸੋ ਨੈਕਸਟ ਜਿਹੜਾ ਸਾਡਾ ਟੌਪਿਕ ਹੈਗਾ ਇਹਦੇ ਵਿੱਚ ਭਗਤ ਕਬੀਰ ਜੀ। ਓਕੇ, ਸੋ ਭਗਤ ਕਬੀਰ ਜੀ ਦੇ ਬਾਰੇ ਕਹਿੰਦੇ ਨੇ ਕਿ ਜੀਵਨ ਬਿਰਤਾਂਤ ਸੰਬੰਧੀ ਇਤਿਹਾਸਕ ਤੱਥਾਂ ਦੇ ਮਾਮਲੇ ਵਿੱਚ ਇਕਰੂਪਤਾ ਨਹੀਂ ਹੈਗੀ। ਕਬੀਰ ਪੰਥੀਆਂ ਦੇ ਪ੍ਰਸਿੱਧ ਗ੍ਰੰਥ ਕਬੀਰ ਰਚਿਤ ਬੋਧ ਵਿੱਚ ਕਬੀਰ ਜੀ ਦਾ ਜਨਮ 1398 ਵਿੱਚ ਅੰਕਿਤ ਹੋਇਆ ਹੈ। ਭਾਈ ਕਾਹਨ ਸਿੰਘ ਨਾਭਾ ਨੇ ਵੀ ਇਸੇ ਵਰੇ ਨੂੰ ਹੀ ਠੀਕ ਮੰਨਿਆ ਹੈ ਤੇ ਕਬੀਰ ਜੀ ਦੇ ਜਨਮ ਸਥਾਨ ਸੰਬੰਧੀ ਵੀ ਵਿਦਵਾਨਾਂ ਦੇ ਵਿੱਚ ਮਤਭੇਦ ਹੈਗੇ ਨੇ, ਏਕਤਾ ਨਹੀਂ ਹੈ। ਕੋਈ ਉਹਨਾਂ ਦਾ ਜਿਹੜਾ ਜਨਮ ਸਥਾਨ ਹੈ ਉਹ ਮਗਹਰ ਨੂੰ ਮੰਨਦਾ ਹੈ, ਕੋਈ ਕਾਸ਼ੀ ਨੂੰ, ਕੋਈ ਬੇਲਹਰਾ ਆਜ਼ਮਗढ़ ਨੂੰ। ਸੋ ਸਟਾਰਟਿੰਗ ਦੇ ਉੱਤੋਂ ਹੀ ਉਹਨਾਂ ਦੇ ਜਨਮ ਸੰਬੰਧੀ ਕਾਫੀ ਜ਼ਿਆਦਾ ਮਤਭੇਦ ਕਹਿੰਦੇ ਤੁਹਾਨੂੰ ਦੇਖਣ ਨੂੰ ਮਿਲਦੇ ਨੇ, ਨਾ ਹੀ ਉਹਨਾਂ ਦੀ ਜਨਮ ਤਰੀਕ ਬਲਕਿ ਉਹਨਾਂ ਦੇ ਜਨਮ ਸਥਾਨ ਸੰਬੰਧੀ ਵੀ। ਸੋ ਪ੍ਰਸਿੱਧ ਜਿਹੜਾ ਹੈਗਾ ਵਾ ਕਬੀਰ ਰਚਿਤ ਬੋਧ, ਉਹਨਾਂ ਵਿੱਚ ਉਹਨਾਂ ਦਾ ਜਨਮ ਜਿਹੜਾ ਹੈਗਾ 1398 ਅੰਕਿਤ ਕੀਤਾ ਗਿਆ, ਪਰ ਕਈ ਇਸ ਨੂੰ ਸਹੀ ਨਹੀਂ ਮੰਨਦੇ। ਜਿਵੇਂ ਭਾਈ ਕਾਹਨ ਸਿੰਘ ਨਾਭਾ ਨੇ ਇਸ ਨੂੰ ਹੀ ਸਹੀ ਮੰਨਿਆ ਹੈ। ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਜਨਮ ਸਥਾਨ ਹੈਗਾ ਹੈ, ਕੋਈ ਕਹਿੰਦਾ ਹੈ ਮਗਹਰ ਹੈ, ਕੋਈ ਕਹਿੰਦਾ ਹੈ ਕਾਸ਼ੀ ਤੇ ਕੋਈ ਕਹਿੰਦਾ ਹੈ ਬੇਲਹਰਾ ਜਾਨੀ ਕਿ ਆਜ਼ਮਗढ़ ਨੂੰ। ਕਬੀਰ ਜੀ ਨੇ ਆਪਣਾ ਬਹੁਤਾ ਜਿਹੜਾ ਜਨਮ ਸੀ ਜਾਂ ਫਿਰ ਜੀਵਨ ਸੀ ਕਾਸ਼ੀ ਦੇ ਇੱਕ ਜੁਲਾਹੇ ਦੇ ਰੂਪ ਦੇ ਵਿੱਚ ਬਿਤਾਇਆ ਸੀ। ਬਹੁਤ ਸਾਰੇ ਗ੍ਰੰਥਾਂ ਵਿੱਚ ਇਸ ਦੀ ਪੁਸ਼ਟੀ ਹੁੰਦੀ ਹੈ, ਪਰੰਤੂ ਕੋਈ ਵੀ ਇਸ ਦਾ ਇਤਿਹਾਸਿਕ ਪ੍ਰਮਾਣ ਪਰ ਸਾਨੂੰ ਉਪਲਬਧ ਨਹੀਂ ਹੈ। ਆਪ ਦਾ ਜਨਮ ਜਿਹੜਾ ਹੈਗਾ ਸੀ ਕਾਸ਼ੀ ਦੇ ਵਿੱਚ ਹੋਇਆ ਸੀ। ਕਬੀਰ ਜੀ ਦੇ ਮਾਤਾ ਪਿਤਾ ਤੇ ਨਾਮਕਰਨ ਬਾਰੇ ਵੀ ਕਈ ਦੰਤ ਕਥਾਵਾਂ ਮੌਜੂਦ ਨੇ ਜਿਹੜੀ ਕਿ ਸਹੀ ਹੈਗੀਆਂ ਨੇ, ਵਿੱਚ ਕਲਪਨਾ ਐਡ ਕਰ ਦਿੱਤੀ ਗਈ ਹੈ ਤੇ ਜੋ ਕਿ ਅੱਗੇ ਆ ਕੇ ਕੁਝ ਹੋਰ ਦੀਆਂ ਹੋਰ ਹੋ ਚੁੱਕੀਆਂ ਨੇ। ਉਹਨਾਂ ਦੇ ਜਾਤ ਤੇ ਵੰਸ਼ ਬਾਰੇ ਵੀ 3 ਪ੍ਰਕਾਰ ਦੇ ਜਿਹੜੇ ਵਿਚਾਰ ਸਾਨੂੰ ਮਿਲਦੇ ਨੇ। ਆਪਣੀਆਂ ਰਚਨਾਵਾਂ ਵਿੱਚ ਕਬੀਰ ਜੀ ਨੇ ਆਪਣੇ ਆਪ ਨੂੰ ਕੀ ਕਿਹਾ ਗਿਆ ਹੈ, ਜੁਲਾਹਾ ਜਾਂ ਕੋਰੀ ਕਹਿੰਦੇ ਨੇ। ਪੰਡਿਤ ਡਾਕਟਰ ਹਜ਼ਾਰੀ ਪ੍ਰਸਾਦ द्विवेदी ਅਨੁਸਾਰ ਕਬੀਰ ਜੁਗੀ ਜਾਂ ਜੋਗੀ ਜਾਤ ਦੇ ਸਨ ਤੇ ਉਹਨਾਂ ਦੇ ਪਰਿਵਾਰ ਨੇ ਸ਼ਾਇਦ ਇਸਲਾਮ ਧਰਮ ਕਬੂਲ ਕਰ ਲਿਆ ਸੀ। ਇਸ ਤੋਂ ਇਲਾਵਾ ਨਾਥ ਪੰਥੀ ਜਿਹੜੇ ਅਖਵਾਉਣ ਵਾਲੇ ਅਤੇ ਵਰਨ ਆਸ਼ਰਮ ਦੇ ਬੰਧਨਾਂ ਤੋਂ ਪਰੇ ਰਹਿਣ ਵਾਲੇ ਵੈਰਾਗੀ ਸਾਧੂਆਂ ਨਾਲ ਵੀ ਆਪ ਦਾ ਸੰਬੰਧ ਸੀ। ਸੋ ਕਈ ਜ਼ਿਆਦਾ ਇਹਨਾਂ ਦੇ ਵਿੱਚ ਨਾ ਸਾਨੂੰ ਉਹਨਾਂ ਦੀਆਂ ਬਾਰੇ ਕਈ ਗੱਲਾਂ ਸੁਣਨ ਨੂੰ ਮਿਲਦੀਆਂ ਨੇ, ਜਿਵੇਂ ਕਿ ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਉਹ ਜੁਲਾਹਾ ਕਹਿੰਦੇ ਸੀ। ਕਈਆਂ ਦੇ ਅਨੁਸਾਰ ਉਹ ਜੁਗੀ ਜਾਂ ਜੋਗੀ ਜਾਤ ਦੇ ਸੀ। ਕਈ ਕਹਿੰਦੇ ਨੇ ਕਿ ਉਹਨਾਂ ਦੇ ਪਰਿਵਾਰ ਨੇ ਇਸਲਾਮ ਧਰਮ ਕਬੂਲ ਕੀਤਾ ਸੀ। ਕਈ ਜਿਹੜੇ ਹੈਗੇ ਸੀ ਉਹ ਕਹਿੰਦੇ ਸੀ ਕਿ ਵਰਨ ਆਸ਼ਰਮ ਦੇ ਮਤਲਬ ਕਿ ਬੰਧਨਾਂ ਤੋਂ ਪਰੇ ਇੱਕ ਵੈਰਾਗੀ ਵਾਲਾ ਜੀਵਨ ਬਤੀਤ ਕਰਦੇ ਸੀ। ਭਾਰਤ ਵਿੱਚ ਇਸ ਮੁਸਲਮਾਨ ਰਾਜ ਦੀ ਸਥਾਪਨਾ ਤੋਂ ਬਾਅਦ ਆਪ ਨੇ ਕਿਸੇ ਇਸਲਾਮ ਧਰਮ ਨੂੰ ਅਪਣਾ ਲਿਆ ਸੀ, ਪਰੰਤੂ ਉਹਨਾਂ ਦੇ ਆਚਾਰ ਵਿਹਾਰ ਵਿੱਚ ਕੋਈ ਵੀ ਤਬਦੀਲੀ ਨਹੀਂ ਆਈ ਸੀ। ਲੋਕ ਆਸ-ਪਾਸ ਦੇ ਪਰੰਪਰਾਗਤ ਹਿੰਦੂ ਸਮਾਜ ਦੀ ਦ੍ਰਿਸ਼ਟੀ ਤੋਂ ਨੀਵੇਂ ਤੇ ਅਛੂਤ ਜਿਹੜੇ ਹੈਗੇ ਸੀ ਸਮਝੇ ਜਾਂਦੇ ਸੀ। ਕਬੀਰ ਜੀ ਦੇ ਕਿਸੇ ਗੁਰੂ ਸੰਬੰਧੀ ਮੋਹਨ ਸਿੰਘ ਦੀਵਾਨਾ ਦਾ ਵਿਚਾਰ ਹੈ ਕਿ ਆਪ ਦੀ ਬਾਣੀ ਵਿੱਚ ਥਾਂ ਪੁਰ ਥਾਂ ਵਰਤਿਆ ਗਿਆ ਗੁਰੂ ਸ਼ਬਦ ਪਰਮਾਤਮਾ ਦਾ ਸੂਚਕ ਹੈ। ਸੋ ਅਗਰ ਆ ਵੀ ਜਾਂਦਾ ਹੈ ਕਿ ਇਸ ਦੀ ਬਾਣੀ ਦੇ ਵਿੱਚ ਇਸ ਤਰ੍ਹਾਂ ਥਾਂ ਪੁਰ ਥਾਂ ਵਰਤਿਆ ਗਿਆ ਹੈ ਕਿਹੜਾ ਸ਼ਬਦ, ਗੁਰੂ, ਤੇ ਕਿਸ ਦੇ, ਭਗਤ ਕਬੀਰ ਜੀ ਦੇ। ਕਿਉਂਕਿ ਆਪ ਨੇ ਕਿਸੇ ਸੰਤ ਜਾਂ ਭਗਤ ਨੂੰ ਗੁਰੂ ਧਾਰਨ ਨਹੀਂ ਕੀਤਾ ਸੀ, ਪਰੰਤੂ ਕੁਝ ਹੋਰ ਵਿਦਵਾਨ ਜਿਹੜੇ ਹੈਗੇ ਨੇ ਜਿਵੇਂ ਮਾਲਕਮ ਤੇ ਵੇਸਟਨਕਾਟ ਤੇ ਡਾਕਟਰ ਤ੍ਰਿਪਾਠੀ ਦੀ ਧਾਰਨਾ ਹੈ ਕਿ ਕਬੀਰ ਜੀ ਦੇ ਗੁਰੂ ਕਿਹੜੇ ਸੀ, ਸ਼ੇਖ ਤਕੀ ਸਨ। ਸੋ ਇਸ ਤਰ੍ਹਾਂ ਦੇ ਛੋਟੇ ਛੋਟੇ ਟੌਪਿਕ ਜਿਹੜੇ ਹੁੰਦੇ ਨਾ ਉਹ ਰਿਟਨ ਜ਼ਰੂਰ ਕਰ ਲਿਆ ਕਰੋ। ਨੋਟਸ ਜਿਸ ਨੂੰ ਕਹਿ ਦਿੰਦੇ ਆ, ਪਤਾ ਲੱਗ ਜਾਂਦਾ ਹੈਗਾ ਵਾ। ਕਈਆਂ ਦੀ ਧਾਰਨਾ ਹੈ ਤੇ ਕੁਝ ਜਨ ਸ਼ਰੂਤੀਆਂ ਅਨੁਸਾਰ ਕਬੀਰ ਜੀ ਸਵਾਮੀ ਰਾਮਾਨੰਦ ਜੀ ਦੇ ਸ਼ਿਸ਼ ਸਨ। ਦੀਵਾਨਾ ਇਹਨਾਂ ਧਾਰਨਾਵਾਂ ਨਾਲ ਸਹਿਮਤ ਨਹੀਂ ਹੈਗੇ ਨੇ।
ਉਹਨਾਂ ਅਨੁਸਾਰ ਆਪ ਨੇ ਸਾਰਾ ਗਿਆਨ ਬੈਰਾਗੀਆਂ ਜੋਗੀਆਂ ਤੇ ਸੂਫੀਆਂ ਦੀ ਸੰਗਤ ਵਿੱਚ ਆਪ ਕੱਲਿਆਂ ਨੇ ਹੀ ਆਪ ਨੇ ਲਿਆ ਸੀ, ਕਿਸੇ ਨੂੰ ਆਪ ਨੇ ਤਾਰਿਆ ਨਹੀਂ ਸੀ। ਇਸ ਤਰ੍ਹਾਂ ਉਹਨਾਂ ਦੀ ਇੱਕ ਐਗਜ਼ਾਮਪਲ ਵੀ ਦੇਖਦੀ ਹੈ ਤੇ ਇਹ ਤੁਸੀਂ ਖੁਦ ਪੜ੍ਹ ਲੈਣਾ। ਮੈਂ ਉਹ ਚੀਜ਼ਾਂ ਪੜ੍ਹਾਉਣੀਆਂ ਨੇ ਜਿਹੜੀਆਂ ਕਿ ਇੰਪੋਰਟੈਂਟ ਸੁਣ ਕੇ। ਕਹਿੰਦੇ ਕਿ ਭਾਰਤ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਹੋ ਜਾਣ ਨਾਲ ਇੱਕ ਵੱਡਾ ਪਰਿਵਰਤਨ ਵਾਪਰਿਆ ਸੀ। ਬਾਅਦ ਦੇ ਵਿੱਚ ਉਹਨਾਂ ਦੇ ਆਉਣ ਨਾਲ ਹਿੰਦੂ ਸਮਾਜ ਦੀ ਆਤਮ ਰੱਖਿਆ ਦੀ ਜਿਹੜੀ ਕਿ ਪ੍ਰਵਿਰਤੀ ਬੜੀ ਤੀਬਰ ਹੋ ਗਈ। ਜਿਵੇਂ ਕਿ ਸਾਨੂੰ ਪਤਾ ਹੀ ਹੈ, ਮੁਸਲਮਾਨ ਜਿਹੜੇ ਆਏ ਸੀ ਉਹਨਾਂ ਨੇ ਅਟੈਕ ਕੀਤਾ ਸੀ, ਨਾ ਹੀ ਹਿੰਦੂ ਮਤਲਬ ਕਿ ਹਰ ਇੱਕ ਦੇ ਉੱਤੇ। ਤੇ ਹਿੰਦੂਆਂ ਦੇ ਸਾਹਮਣੇ ਜ਼ਿਆਦਾਤਰ ਕੀ ਗਿਆ ਸੀ, ਉਹਨਾਂ ਦੇ ਦੇਵ ਮੰਦਰ ਢਾਹ ਦਿੱਤੇ ਗਏ ਸੀ, ਕਈ ਮੂਰਤੀਆਂ ਤੋੜ ਦਿੱਤੀਆਂ ਗਈਆਂ ਸੀ, ਕਈ ਗ੍ਰੰਥ ਨਸ਼ਟ ਕੀਤੇ ਗਏ ਸੀ, ਪੂਜਾ ਵਿਧੀਆਂ ਦਾ ਅਪਮਾਨ ਕੀਤਾ ਗਿਆ ਸੀ, ਤੇ ਇਹ ਸਭ ਕੁਝ ਉਹ ਸਹਿਣ ਨਹੀਂ ਕਰ ਸਕਦੇ। ਇੰਨੇ ਭਾਰੀ ਰਾਜਨੀਤਿਕ ਉਲਟ-ਫੇਰ ਕਾਰਨ ਹਿੰਦੂ ਸਮਾਜ ਉੱਪਰ ਇੱਕ ਉਦਾਸੀ ਦੀ ਉਸ ਸਮੇਂ ਲਹਿਰ ਛਾ ਗਈ ਸੀ, ਤੇ ਜੋ ਭਗਤੀ ਅੰਦੋਲਨ ਦੇ ਵਿਕਾਸ ਵਾਸਤੇ ਬਹੁਤ ਹੀ ਅਨੁਕੂਲ ਸਿੱਧ ਹੋਈ। ਕੋਈ ਚਾਹੀਦਾ ਸੀ ਰਾਹ ਤੇ ਉਹ ਭਗਤੀ ਮਾਰਗ ਬਣਿਆ ਸੀ। ਇਹੋ ਜਿਹੇ ਸਮੇਂ ਵਿੱਚ ਦੱਖਣ ਭਾਰਤ ਦੇ ਵਿੱਚ ਭਗਤੀ ਅੰਦੋਲਨ ਸ਼ੁਰੂ ਹੋਇਆ, ਜੋ ਬਿਜਲੀ ਦੀ ਤਰ੍ਹਾਂ ਦੇਸ਼ ਦੇ ਕੋਨੇ ਵਿੱਚ ਫੈਲ ਗਿਆ। ਇਸ ਦਾ ਜਿਹੜਾ ਵੇਰਵਾ ਹੈਗਾ ਸਾਨੂੰ ਕਿੱਥੋਂ ਮਿਲਦਾ ਹੈ, ਇਹ ਨੀਚੇ ਇਹ ਵੀ ਦਿੱਤਾ ਹੋਇਆ ਹੈ। ਕਬੀਰ ਜੀ ਦੀ ਬਾਣੀ ਨਾਲ ਸੰਬੰਧਿਤ ਕਹਿੰਦੇ ਸੋਮੇ ਤੇ ਆਧਾਰ ਗ੍ਰੰਥਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਹੁਣ ਉਹਨਾਂ ਦੀ ਬਾਣੀ ਬਾਰੇ ਦੱਸਿਆ ਗਿਆ ਹੈ। ਕਈਆਂ ਦਾ ਵਿਸ਼ਵਾਸ ਹੈ ਕਿ ਸਤਿਗੁਰ ਦੀ ਬਾਣੀ ਅਨੰਤ ਹੈ ਤੇ ਕਬੀਰ ਜੀ ਦੀਆਂ ਜੋ ਰਚਨਾਵਾਂ ਅੱਜ ਸਾਨੂੰ ਉਪਲਬਧ ਨੇ, ਇਹ ਸਭ ਵਿਭਿੰਨ ਸੰਗ੍ਰਹਿਾਂ ਦੇ ਰੂਪ ਦੇ ਵਿੱਚ ਹੈਗੇ ਨੇ, ਕੋਈ ਇਕੱਠੀ ਨਹੀਂ ਹੈਗੀ, ਵਿਭਿੰਨ ਸੰਗ੍ਰਹਿਾਂ ਦੇ ਵਿੱਚ ਉਹਨਾਂ ਦੀ ਮਿਲਦੀ ਹੈ। ਤੇ ਕਈ ਜਿਹੜੇ ਵੱਖ-ਵੱਖ ਪੁਸਤਕਾਲਿਆਂ ਜਾਂ ਸੰਗ੍ਰਹਿਾਲਿਆਂ ਵਿੱਚ ਵੀ ਸਾਨੂੰ ਇਹਨਾਂ ਦੇ ਬਾਰੇ ਰਚਨਾ ਮਿਲਦੀ ਹੈ। ਕਈਆਂ ਪ੍ਰਮਾਣਿਕ ਨੇ, ਕਈਆਂ ਦੀ ਅਪ੍ਰਮਾਣਿਕਤਾ ਜਿਹੜੀ ਸੰਦਿਗਧ ਹੈਗੀ ਆ, ਕਈ ਬਿਲਕੁਲ ਸਹੀ ਹੈ, ਕਈ ਹਜੇ ਵੀ ਸਹੀ ਨਹੀਂ ਹੈਗੀ। ਸੋ ਤਿੰਨ ਇਹਨਾਂ ਦੇ ਸੋਮੇ ਜਿਹੜੇ ਹੈਗੇ ਨੇ ਠੀਕ ਮੰਨੇ ਜਾਂਦੇ ਨੇ, ਇਹ ਆਇੰਦਾ ਬੀਜਕ, ਕਬੀਰ ਗ੍ਰੰਥਾਵਲੀ ਤੇ ਗੁਰੂ ਗ੍ਰੰਥ ਸਾਹਿਬ। ਕਬੀਰ ਪੰਥ ਵਿੱਚ ਬੀਜਕ ਨੂੰ ਕਬੀਰ ਜੀ ਦਾ ਸਭ ਤੋਂ ਸਨਮਾਨਯੋਗ ਰਚਨਾ ਮੰਨਿਆ ਜਾਂਦਾ ਹੈ। ਬੀਜਕ ਪਰੰਪਰਾ ਵਿੱਚ ਉਹ ਸਾਰੇ ਗ੍ਰੰਥ ਆ ਜਾਂਦੇ ਨੇ ਜੋ ਕਬੀਰ ਪੰਥੀਆਂ ਦੁਆਰਾ ਉਹਨਾਂ ਦੇ ਮਠਾਂ ਵਿੱਚ ਪ੍ਰਤਿਸ਼ਠਿਤ ਹਨ। ਕਾਸ਼ੀ ਨਗਰੀ ਪ੍ਰਚਾਨਨੀ ਸਭਾ ਨੇ ਆਪਣੀ ਸਥਾਪਨਾ ਦੇ ਬਾਅਦ ਹਿੰਦੂਆਂ ਦੇ ਕੁਝ ਕਵੀ ਜਿਵੇਂ ਸੂਰਦਾਸ, ਕਬੀਰ, ਤੁਲਸੀਦਾਸ ਆਦਿ ਦੇ ਜਿਹੜੇ ਬਾਣੀ ਸੀ, ਉਹਨਾਂ ਦੇ ਸੰਕਲਨ ਤਿਆਰ ਕਰਨ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਦੇ ਅਧੀਨ ਬਾਬੂ ਸ਼ਿਆਮ ਸੁੰਦਰ ਦਾਸ ਨੇ ਕਬੀਰ ਜੀ ਦੀਆਂ 2 ਹੱਥ ਲਿਖਤਾਂ ਨੂੰ ਆਧਾਰ ਬਣਾ ਕੇ ਇਸ ਗ੍ਰੰਥ ਦੀ ਸੰਪਾਦਨਾ ਕੀਤੀ ਸੀ। ਸੋ ਇਸ ਦੇ ਬਾਰੇ ਦੱਸਿਆ ਕਿਸ ਤਰ੍ਹਾਂ ਇਸ ਦੀ ਸੰਪਾਦਨਾ ਕੀਤੀ ਸੀ। ਪਰੰਤੂ ਕਬੀਰ ਜੀ ਦੀ ਬਾਣੀ ਦਾ ਸਭ ਤੋਂ ਵੱਧ ਕਹਿੰਦੇ ਪ੍ਰਮਾਣਿਕ ਤੇ ਮਹੱਤਵਪੂਰਨ ਸਰੋਤ ਕਿਹੜਾ ਹੈਗਾ ਸਾਡੇ ਕੋਲ, ਇੱਕੋ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਦੇਖੋ ਇਹਨਾਂ ਦੀ ਬਾਣੀ ਦੱਸੀ ਹੋਈ ਹੈ। ਸ਼੍ਰੀ ਰਾਗ ਵਿੱਚ 2 ਸ਼ਬਦ, ਰਾਗ ਗੌੜੀ 74 ਸ਼ਬਦ, 1 52 ਅੱਖਰੀ, 1 ਤਿੱਥੀ, 1 ਸਤਵਾਰਾ। ਰਾਗ ਆਸਾ 37 ਸ਼ਬਦ, ਰਾਗ ਗੁਜਰੀ 2 ਸ਼ਬਦ, ਰਾਗ ਸੂਰਟ 11 ਸ਼ਬਦ, ਰਾਗ ਧਨਾਸਰੀ 5 ਤੇ ਰਾਗ ਤਿਲੰਗ 1 ਸ਼ਬਦ ਸਾਨੂੰ ਇਹਨਾਂ ਦਾ ਮਿਲਦਾ ਹੈ। ਰਾਗ ਸੂਹੀ ਦੇ ਵਿੱਚ 5, ਬਿਲਾਵਲ ਵਿੱਚ 12, ਗੋੜ ਦੇ ਵਿੱਚ 11, ਰਾਮਕਲੀ ਚ 12, ਮਾਰੂ ਦੇ ਵਿੱਚ 12, ਕੇਦਾਰਾ ਚ 6, ਭੈਰੋ ਚ 20, ਬਸੰਤ ਦੇ ਵਿੱਚ 7, ਰਾਗ ਸਾਰੰਗ 3 ਤੇ ਪ੍ਰਭਾਤੀ 5। ਕੁੱਲ ਮਿਲਾ ਕੇ 225 ਸ਼ਬਦ, 1 52 ਅੱਖਰੀ, 1 ਤਿੱਥੀ, 1 ਸਤਵਾਰਾ ਤੇ 243 ਸ਼ਲੋਕ ਮਿਲਦੇ ਸੇ ਸਾਨੂੰ ਇਹਨਾਂ ਸਾਰਿਆਂ ਦੇ ਕਲੈਕਟ ਬਾਣੀ। ਹੁਣ ਦੇਖੋ ਇਹਨਾਂ ਦੇ ਬਾਰੇ ਦੱਸਿਆ ਹੈਗਾ ਵਾ ਕਿ ਕਬੀਰ ਜੀ ਦੀ ਵਿਚਾਰਧਾਰਾ ਦੇ ਬਾਰੇ ਦੱਸਿਆ ਹੈ। ਕਹਿੰਦੇ ਨੇ ਕਿ ਕਰਨ ਸਮੇਂ ਜਿਹੜਾ ਤੱਤ ਸਭ ਤੋਂ ਸਾਹਮਣੇ ਉਜਾਗਰ ਹੁੰਦਾ ਹੈ ਕਿ ਕਬੀਰ ਜੀ ਨੇ ਕਿਸੇ ਧਰਮ ਜਾਂ ਵਿਸ਼ੇਸ਼ ਦੇ ਮੁੱਲਾਂ ਦੀ ਯਾਨੀ ਕਿ ਕਦਰਾਂ ਕੀਮਤਾਂ ਨੂੰ ਲੈ ਕੇ ਨਹੀਂ ਚੱਲਦੇ ਸੀ, ਕਿਸੇ ਨਾਲ ਪਰਫੈਕਟੋ ਜੁੜੇ ਨਹੀਂ ਸੀ ਤੇ ਉਹ ਆਪਣੇ ਯੁੱਗ ਦੇ 2 ਪ੍ਰਮੁੱਖ ਧਰਮ ਹਿੰਦੂ ਤੇ ਮੁਸਲਮਾਨ ਦੋਹਾਂ ਵਿੱਚ ਇੱਕ ਨੂੰ ਉੱਤਮ ਜਾਂ ਵਿਸ਼ੇਸ਼ ਕਰਦੇ ਹੋਏ ਕਦੀ ਵੀ ਨਜ਼ਰ ਨਹੀਂ ਆਏ। ਮਤਲਬ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਇਹ ਵਿਸ਼ੇਸ਼ ਹੈ, ਇਹ ਨਹੀਂ ਹੈਗੇ, ਬਲਕਿ ਕੀ ਕਹਿੰਦੇ ਦੋਵਾਂ ਧਰਮਾਂ ਦੇ ਪ੍ਰਤੱਖ ਆਚਰਣ ਵੱਲ ਧਿਆਨ ਦਿੰਦੇ ਸੀ ਤੇ ਇਹਨਾਂ ਦੇ ਉਹ ਮੰਨਣ ਵਾਲਿਆਂ ਦੀ ਕਥਨੀ ਤੇ ਕਰਨੀ ਵਿਚਲੇ ਅੰਤਰ ਉੱਪਰ ਉਂਗਲੀ ਉਠਾਉਂਦੇ ਸੀ। ਕੋਈ ਕਿਸ ਤਰ੍ਹਾਂ ਮੰਨਦਾ ਹੈ, ਕੋਈ ਕਿਸ ਤਰ੍ਹਾਂ ਨਹੀਂ, ਇਸ ਚੀਜ਼ ਦੇ ਉੱਤੇ ਉਹ ਜ਼ਿਆਦਾਤਰ ਦੇਖਦੇ ਸੀ। ਹਿੰਦੂ ਧਰਮ ਦੇ ਰੀਤੀ ਰਿਵਾਜ ਨੂੰ ਸ਼੍ਰੋਮਣੀ ਦਰਸਾਉਣ ਵਾਲੇ ਬ੍ਰਾਹਮਣਾਂ ਦੇ ਕਿਰਦਾਰ ਦੀ ਵੀ ਆਲੋਚਨਾ ਕਰਦੇ ਸੀ, ਕਿਉਂਕਿ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਪਖੰਡ ਵਗੈਰਾ ਉਹ ਕਰਦੇ ਸੀ। ਆਪ ਫਰਮਾਉਂਦੇ ਸੀ ਕਿ ਇਹਨਾਂ ਲੋਕਾਂ ਦੇ 3.5 ਗਜ ਦੀਆਂ ਧੋਤੀਆਂ ਪਹਿਨੀਆਂ ਹੋਈਆਂ ਨੇ, ਤਿਹਰੇ ਤਿਹਰੇ ਜਨੇਊ ਪਹਿਨੇ ਹੋਏ ਨੇ, ਹੱਥਾਂ ਵਿੱਚ ਲੋਟੇ ਪਕੜ ਰੱਖੇ ਨੇ। ਇਹੋ ਜਿਹੇ ਦਿਖਾਵੇ ਦੇ ਭੇਖੀਆਂ ਨੂੰ ਹਰੀ ਦੇ ਸੰਤ ਕਹਿਣਾ ਨਹੀਂ ਚਾਹੀਦਾ, ਬਲਕਿ ਬਨਾਰਸ ਦੇ ਕੀ ਠੱਗ ਕਹਿਣਾ ਚਾਹੀਦਾ। ਉਹਨਾਂ ਦੀ ਵਿਚਾਰਧਾਰਾ ਸੀ ਇਸ ਦੇ ਪਰ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਹੈ, ਇਹ ਵੀ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਹਿੰਦੂਆਂ ਹੀ ਨਹੀਂ ਮੁਸਲਮਾਨਾਂ ਦੇ ਬਾਹਰੇ ਆਚਰਣ ਨੂੰ ਵੀ ਉਹਨਾਂ ਨੇ ਆਪਣੀ ਆਲੋਚਨਾ ਦਾ ਆਧਾਰ ਬਣਾਇਆ ਸੀ। ਕਹਿੰਦੇ ਸੀ ਕਿ ਸੁੰਨਤ ਕਰਨਾ ਪਰਮਾਤਮਾ ਦਾ ਕੋਈ ਲਾਗਾ ਦੇਣਾ ਨਹੀਂ ਹੈ। ਜੇ ਸੁੰਨਤ ਕਰਨੀ ਹੈ ਤੇ ਚੰਗੇ ਇਸ਼ਨਾਨ ਦੀ ਪਹਿਚਾਣ ਹੁੰਦੀ ਹੈ ਤਾਂ ਪਰਮਾਤਮਾ ਨੇ ਆਪ ਹੀ ਇਨਸਾਨ ਦੀ ਸੁੰਨਤ ਕਰ ਦੇਣੀ ਸੀ। ਜੇਕਰ ਇਸ ਦੀ ਨਾਕਾਮ ਸੰਬੰਧ ਪੈਦਾ ਕਰਨ ਵਾਸਤੇ ਹੀ ਸੁੰਨਤ ਕਰਨੀ ਹੈ ਤਾਂ ਅਜਿਹੀ ਸੁੰਨਤ ਤੋਂ ਦੂਰ ਰਹਿਣਾ ਚਾਹੁੰਦਾ ਹੈ। ਸੋ ਇਹ ਉਹਨਾਂ ਦੇ ਆਪਣੇ ਵਿਚਾਰ ਦੱਸੇ ਸੀ, ਜੋ ਕਿ ਅਗਰ ਤੁਸੀਂ ਪੋਜ਼ ਕਰਕੇ ਪੜ੍ਹ ਲੈਣਾ। ਐਗਜ਼ਾਮਪਲ ਵੀ ਦਿੱਤੀ ਹੋਈ ਹੈ। ਤੇ ਇਸ ਤੋਂ ਇਲਾਵਾ ਉਹਨਾਂ ਨੇ ਫਿਰਕਿਆਂ ਵੱਲੋਂ ਜਿਹੜੇ ਹੈਗੇ ਸੀ ਧਾਰਨ ਕੀਤੇ ਜਾਣ ਵਾਲੇ ਭੇਖਾਂ ਦੇ ਉੱਤੇ ਵੀ ਵਿਅੰਗ ਉਹਨਾਂ ਨੇ ਕੱਸਿਆ ਸੀ। ਇਹ ਵੀ ਤੁਸੀਂ ਪੜ੍ਹ ਲੈਣਾ। ਜਿਹੜੇ ਜੰਗਲਾਂ ਦੇ ਵਿੱਚ ਜਾਂਦੇ ਸਿਰ ਵਗੈਰਾ ਮੁੰਡਵਾ ਕੇ, ਉਸ ਦੇ ਬਾਰੇ ਗੱਲ ਦੱਸੀ ਹੈ। ਇਹ ਵੀ ਉਹਨਾਂ ਨੇ ਇੱਥੇ ਦੱਸਿਆ ਹੈਗਾ ਵਾ। ਆਰਥਿਕ ਵਿਵਸਥਾ ਦੁਆਰਾ ਜਿਹੜੀਆਂ ਹੈਗੀਆਂ ਮਨੁੱਖ ਦੇ ਵਿੱਚ ਜਿਹੜੀ ਵੰਡ ਪੈ ਗਈ ਆ, ਉਹਨਾਂ ਦੇ ਉੱਤੇ ਵੀ ਉਹਨਾਂ ਨੇ ਆਪਣੇ ਇੱਕ ਵਿਅੰਗ ਕੱਸੇ ਸੀ। ਤੇ ਇਹ ਪੋਸਟ ਕਰਕੇ ਮੈਂ ਤਾਂ ਥੋੜਾ ਜਿਹਾ ਠਹਿਰਾ ਰਹੀ ਹਾਂ ਕਿ ਬਾਅਦ ਦੇ ਵਿੱਚ ਤੁਸੀਂ ਕੀ ਕਹਵਾ ਪੜ੍ਹ ਲੈਣਾ ਇਹਨੂੰ। ਉਸ ਤੋਂ ਬਾਅਦ ਹੈਗੇ ਵਾ ਕਿ ਉਹਨਾਂ ਨੇ ਮੂਰਤੀ ਪੂਜਾ ਵਰਗੇ ਜਿਹੜੇ ਰੀਤੀ ਰਿਵਾਜਾਂ ਦਾ ਵੀ ਖੰਡਨ ਕੀਤਾ ਸੀ ਤੇ ਸੰਤਾਂ ਤੇ ਭਗਤਾਂ ਦੀ ਵਰਣ ਵਿਵਸਥਾ ਉੱਪਰ ਵੀ ਉਹਨਾਂ ਨੇ ਆਵਾਜ਼ ਉਠਾਈ ਸੀ। ਇਹਨਾਂ ਦੇ ਬਾਰੇ ਸਾਨੂੰ ਉਹਨਾਂ ਦੇ ਜਿਹੜੇ ਸ਼ਲੋਕ ਜਾਂ ਸ਼ਬਦ ਹੈਗੇ ਨੇ ਉਹਨਾਂ ਦੇ ਬਾਰੇ ਵੀ ਇੱਥੇ ਮਿਲਦੇ ਨੇ। ਹੁਣ ਦੇਖੋ, ਕਬੀਰ ਜੀ ਦੀ ਭਾਸ਼ਾ ਦੇ ਬਾਰੇ ਗੱਲ ਕੀਤੀ ਹੈ। ਸੰਦੂਕੜੀ ਅਰਥਾਤ ਰਾਜਸਥਾਨੀ ਪੰਜਾਬੀ ਮਿਲੀ ਖੜੀ ਬੋਲੀ ਹੈ। ਇਸ ਤੋਂ ਰਾਮਚੰਦਰ ਸ਼ੁਕਲ ਇਹ ਅਨੁਮਾਨ ਲਗਾਉਂਦੇ ਨੇ ਕਿ ਕਬੀਰ ਜੀ ਨੂੰ ਇਹ ਭਾਸ਼ਾ ਨਾਥ ਪੰਥੀਆਂ ਤੋਂ ਮਿਲੀ ਹੋਵੇਗੀ ਤੇ ਇਹਨਾਂ ਦਾ ਪੰਥ ਦਾ ਪ੍ਰਚਾਰ ਰਾਜਸਥਾਨ ਤੇ ਪੰਜਾਬ ਵਿੱਚ ਸਭ ਤੋਂ ਵੱਧ ਰਿਹਾ ਹੋਏਗਾ। ਕਿ ਜ਼ਿਆਦਾਤਰ ਜਿਹੜੀ ਇਹਨਾਂ ਦੇ ਦੁਆਰਾ ਜਿਹੜਾ ਵਿਚਾਰ ਕੀਤਾ ਗਿਆ ਸੀ, ਪ੍ਰਚਾਰ ਕਿੱਥੇ, ਰਾਜਸਥਾਨ ਤੇ ਪੰਜਾਬ ਵਿੱਚ ਜ਼ਿਆਦਾ ਸੀ। ਡਾਕਟਰ ਬਰਥਵਾਲ ਦੁਆਰਾ ਸੰਪਾਦਿਤ ਗੋਰਖਬਾਣੀ ਨੂੰ ਵਾਚਨ ਤੇ ਪਤਾ ਚੱਲਦਾ ਹੈ ਕਿ ਕਬੀਰ ਜੀ ਨੇ ਨਾਥ ਪੰਥੀਆਂ ਨੂੰ ਕੇਵਲ ਸ਼ਬਦਾਵਲੀ ਹੀ ਨਹੀਂ ਬਲਕਿ ਉਹਨਾਂ ਨੇ ਪੂਰੀ ਸੰਰਚਨਾ ਤੱਕ ਨੂੰ ਆਤਮਸਾਤ ਕਰ ਲਿਆ ਸੀ। ਕਿਉਂਕਿ ਉਹਨਾਂ ਤੋਂ ਪਹਿਲਾਂ ਨਾਥ ਜਿਹੜੇ ਹੈਗੇ ਸੀ ਚੱਲਦੇ ਸੀ, ਉਹਨਾਂ ਤੋਂ ਹੀ ਉਹਨਾਂ ਨੇ ਥੋੜਾ ਜਿਹਾ ਚੀਜ਼ਾਂ ਅਪਣਾਈਆਂ ਸੀ, ਭਾਸ਼ਾ ਵੀ ਅਪਣਾ ਲਈ ਸੀ, ਕਿਤੇ ਇਸ ਤੋਂ ਇਲਾਵਾ ਸੰਰਚਨਾ ਵੀ ਉਹਨਾਂ ਦੀ ਅਪਣਾ ਲਈ ਸੀ। ਤੇ ਉਹਨਾਂ ਦੀ ਬਾਣੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਬੀਰ ਜੀ ਦੀ ਕਿ ਅਧਿਆਤਮਕ ਪ੍ਰੇਮ ਦਾ ਗਾਇਨ ਕਰਨ ਦੇ ਬਾਵਜੂਦ ਆਪ ਸਮਕਾਲੀ ਜੀਵਨ ਦੇ ਯਥਾਰਥ ਤੋਂ ਵੱਖਰੇ ਜਾਂ ਬੇਮੁਖ ਨਹੀਂ ਹੋਏ ਸੀ। ਮਤਲਬ ਕਿ ਉਹਨਾਂ ਨੇ ਰੱਬ ਨੂੰ ਤਾਂ ਅਪਣਾਇਆ ਸੀ ਪਰ ਆਮ ਨਾਰਮਲ ਲਾਈਫ ਦੇ ਵਿੱਚ ਵੀ ਉਹ ਰਹੇ ਸੀ। ਉਸ ਤੋਂ ਬਾਅਦ ਨੈਕਸਟ ਆਉਂਦੇ ਨੇ ਸਾਡੇ ਕੋਲ ਭਗਤ ਰਵਿਦਾਸ ਜੀ। ਉੱਤਰੀ ਭਾਰਤ ਦੀ ਸੰਤ ਪਰੰਪਰਾ ਵਿੱਚ ਅਜਿਹੇ ਮਹਾਨ ਭਗਤ ਨੇ ਜਿਨ੍ਹਾਂ ਦੇ ਜਨਮ ਤੇ ਜੀਵਨ ਬਾਰੇ ਕਈ ਵੇਰਵੇ ਮਿਲਦੇ ਅਜੇ ਮਿਥਿਹਾਸ ਦੀ ਧੁੰਦ ਵਿੱਚ ਲਪੇਟੇ ਹੋਏ ਨੇ, ਕੋਈ ਵੀ ਸੱਚਾ ਨਹੀਂ ਹੈਗਾ। ਜਨਮ ਸਾਲ ਬਾਰੇ ਵੀ ਪ੍ਰਿਥਵੀ ਸਿੰਘ ਆਜ਼ਾਦ ਨੇ ਇੱਕ ਸ਼ਲੋਕ ਤੋਂ ਮਿਲਦੀ ਸੂਚਨਾ ਅਨੁਸਾਰ ਮਾਘ ਸੁਦੀ 15 1433 ਨੂੰ ਆਪ ਜੀ ਜਨਮ ਤਿਥੀ ਮੰਨਿਆ ਹੈ। ਇਸ ਦੇ ਬਾਰੇ ਵੀ ਇੱਥੇ ਦੱਸਿਆ ਹੋਇਆ ਹੈ। ਤੇ ਅਖਿਲ ਭਾਰਤੀ ਰਵਿਦਾਸ ਸਾਹਿਤ ਪਰਿਸ਼ਦ ਦਿੱਲੀ ਵਾਲੇ ਭਗਤ ਜੀ ਦੇ ਜਨਮ ਦੀ ਉਕਤ ਤਿਥੀ ਨੂੰ ਹੀ ਸਵੀਕਾਰ ਕਰਦੇ ਨੇ। ਇਹੋ ਤਿਥੀ ਉਹਨਾਂ ਨੇ ਸਵੀਕਾਰ ਕੀਤੀ ਹੈ ਤੇ ਕਿਸੇ ਹੋਰ ਭਰੋਸੇਯੋਗ ਪ੍ਰਮਾਣ ਦੀ ਅਣਹੋਂਦ, ਮਤਲਬ ਹੋਰ ਕੁਝ ਹੈ ਹੀ ਨਹੀਂ, ਤੇ ਇਸ ਕਰਕੇ ਆਪ ਨੇ ਜਨਮ ਵਰਾ ਇਹੋ ਹੀ ਮੰਨਿਆ ਜਾ ਚੁੱਕਿਆ ਹੈ। ਭਗਤ ਰਵਿਦਾਸ ਦੇ ਜਨਮ ਸਥਾਨ ਬਾਰੇ ਵੀ ਨਿਸ਼ਚੈ ਕੁਝ ਨਹੀਂ ਕਿਹਾ ਜਾ ਸਕਦਾ। ਕਈ ਕਹਿੰਦੇ ਆਪ ਬਨਾਰਸ ਦੇ ਵਾਸੀ ਸੀ। ਪ੍ਰਿਥੀ ਸਿੰਘ ਆਜ਼ਾਦ ਆਪ ਦਾ ਜਨਮ ਬਨਾਰਸ ਦੇ ਨਜ਼ਦੀਕ ਇੱਕ ਪਿੰਡ ਸੀ ਮਡੂਰ ਨੂੰ ਮੰਨਦੇ ਸੀ ਤੇ ਕਈ ਜਿਹੜੇ ਵਿਦਵਾਨ ਸੀ ਉਹ ਗੁਜਰਾਤ ਜਾਂ ਰਾਜਸਥਾਨ ਨਾਲ ਸੰਬੰਧਿਤ ਕਰਦੇ ਸੀ। ਇੱਥੋਂ ਤੱਕ ਕਿ ਜਨਮ ਸਥਾਨ ਬਾਰੇ ਵੀ ਕੋਈ ਨਿਸ਼ਚਿਤ ਨਿਰਣਾ ਨਹੀਂ ਹੈਗਾ, ਕਿੱਥੇ ਹੈਗੇ ਨੇ ਕਿੱਥੇ ਨਹੀਂ। ਪਰ ਆਪ ਦਾ ਜਨਮ ਸਥਾਨ ਬਨਾਰਸ ਜਾਂ ਇਸ ਦੇ ਆਸ-ਪਾਸ ਹੀ ਕੋਈ ਸਥਾਨ ਕਹਿੰਦੇ ਮੰਨਣ ਦੀ ਸਹਿਮਤੀ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪੱਛਮੀ ਦਰਵਾਜ਼ੇ ਨੂੰ ਲੰਘ ਕੇ ਇੱਕ ਪਿੰਡ ਆਂਦਾ ਹੈਗਾ ਹੈ ਸੀਰ ਗੋਵਰਧਨਪੁਰਾ, ਜੋ ਕਿ ਬਨਾਰਸ ਦਾ ਹੀ ਹੁਣ ਇੱਕ ਹਿੱਸਾ ਮੰਨਿਆ ਗਿਆ ਹੈ, ਜੋ ਕਿ ਰਵਿਦਾਸ ਜੀ ਦਾ ਜਨਮ ਸਥਾਨ ਮੰਨਿਆ ਹੈ। ਇੱਥੇ ਰਵਿਦਾਸ ਜੀ ਦੀਆਂ ਕਹਿੰਦੇ ਨੇ 2 ਯਾਦਗਾਰੀ ਵਸਤਾਂ, ਇੱਕ ਰੰਬੀ, ਇੱਕ ਸੰਖ ਵੀ ਪਾਈਆਂ ਹਨ। ਅੱਜ ਕੱਲ੍ਹ ਇਸ ਥਾਂ ਤੇ ਇੱਕ 4 ਮੰਜ਼ਿਲਾ ਮੰਦਿਰ ਵੀ ਬਣਿਆ ਹੋਇਆ ਹੈ। ਹੁਣ ਦੇਖੋ, ਭਗਤ ਰਵਿਦਾਸ ਜੀ ਭਗਤੀ ਮਾਰਗ ਦੀ ਅਦਵੈਤਵਾਦੀ ਪਰੰਪਰਾ ਦੇ ਨਾਲ ਸੰਬੰਧ ਰੱਖਦੇ ਸੀ। ਇਸ ਲਈ ਆਪ ਨਿਰਗੁਣ ਪਰਮਾਤਮਾ ਦੀ ਉਪਾਸਨਾ ਕਰਦੇ ਸੀ। ਪਰ ਭਗਤੀ ਮਾਰਗ ਨਾਲ ਜੁੜੇ ਹੋਏ ਮਹਾਨ ਸੰਤਾਂ ਤੇ ਭਗਤਾਂ ਵਾਂਗ ਆਪ ਵੀ ਨਿਰਗੁਣ ਤੇ ਸਰਗੁਣ ਵਿੱਚ ਕੋਈ ਵੀ ਵਿਭਾਜਨ ਰੇਖਾ ਨਹੀਂ ਮੰਨਦੇ ਸੀ। ਕਈ ਜਿਹੜੇ ਹੈਗੇ ਸੀ ਰੱਬ ਮੰਦਰ ਇਹਨਾਂ ਦੇ ਵਿੱਚ ਪੂਜਦੇ ਸੀ, ਕਈ ਜਿਹੜੇ ਹੈਗੇ ਸੀ ਆਪਣੇ ਭਗਤੀ ਦੇ ਵਿੱਚ ਹੀ ਲੀਨ ਰਹਿੰਦੇ ਸੀ। ਤੇ ਨਿਰਗੁਣ ਪਰਮਾਤਮਾ ਦੇ ਪੂਜਕ ਹੋਣ ਦੇ ਬਾਵਜੂਦ ਰਹੱਸਵਾਦੀ ਖਿਣਾ ਵਿੱਚ ਪ੍ਰਭੂ ਨੂੰ ਮਿਲਣ ਦੀ ਤੀਬਰ ਅਨੁਭੂਤੀ ਆਪ ਨੂੰ ਸਰਗੁਣ ਭਗਤੀ ਦੇ ਬਹੁਤ ਨੇੜੇ ਲੈ ਆਉਂਦੀ ਸੀ। ਪਰ ਕਿੰਨੀ ਵੀ ਕੋਸ਼ਿਸ਼ ਕਰੀਏ ਕਹਿੰਦੇ ਉਹ ਸਰਗੁਣ ਭਗਤੀ ਦੇ ਨੇੜੇ ਤਾਂ ਵੀ ਆ ਜਾਂਦੇ ਸੀ।
ਤੇ ਇਸ ਤਰ੍ਹਾਂ ਆਪ ਜਿਹੜੇ ਹੈਗੇ ਸੀ ਨਿਰਗੁਣ ਤੇ ਸਰਗੁਣ ਦੇ ਵਿੱਚ ਇੱਕ ਸੰਤੁਲਨ ਕਾਇਮ ਕਰਦੇ ਨਜ਼ਰ ਆਉਂਦੇ ਨੇ। ਸ਼ੰਕਰਾਚਾਰਿਆ ਦੇ ਅਦਵੈਤਵਾਦ ਨਾਲੋਂ ਆਪ ਰਾਮਾਨੁਜ ਦੇ ਵਿਸ਼ਿਸ਼ਟ ਅਦਵੈਤ ਦੇ ਵਧੇਰੇ ਨਜ਼ਰ ਆਉਂਦੇ ਨੇ, ਕਿਉਂਕਿ ਜਿੱਥੇ ਸ਼ੰਕਰਾਚਾਰਿਆ ਦਾ ਅਦਵੈਤਵਾਦ ਗਿਆਨ ਦੇ ਕੋਰੇ ਮੰਚ ਤੇ ਸਥਿਤ ਹੈ, ਉੱਥੇ ਰਾਮਾਨੰਦ ਦਾ ਵਿਸ਼ਿਸ਼ਟ ਅਦਵੈਤ ਪ੍ਰੇਮਾ ਭਗਤੀ ਦੇ ਉੱਤੇ ਆਧਾਰਿਤ ਹੈ। ਇਸ ਪ੍ਰੇਮਾ ਭਗਤੀ ਦੇ ਮਾਰਗ ਵਿੱਚ ਜੀਵ ਆਤਮਾ ਤੇ ਪਰਮਾਤਮਾ ਦਵੈਤ ਵੀ ਹੈ ਤੇ ਨਹੀਂ ਵੀ ਹੈ। ਸੋ ਇਹੋ ਹੀ ਕਹਿੰਦੇ ਨੇ ਕਿ ਆਪ ਨਾ ਤਾਂ ਉਧਰ ਸੀ ਤੇ ਨਾ ਇੱਧਰ ਸੀ, ਵਿਚਕਾਰ ਹੀ ਸੀ। ਤੇ ਇਸ ਤੋਂ ਇਲਾਵਾ ਕਹਿੰਦੇ ਨੇ ਕਿ ਭਗਤੀ ਮਾਰਗ ਵਿੱਚ ਸਤਿਗੁਰ ਦੇ ਸੰਕਲਪ ਨੂੰ ਵੀ ਵਿਸ਼ੇਸ਼ ਮਹੱਤਵ ਕਹਿੰਦੇ ਪ੍ਰਾਪਤ ਹੈਗਾ ਹੈ ਆਪ ਦੇ ਦੁਆਰਾ। ਤੇ ਕਹਿੰਦੇ ਨੇ ਕੁਝ ਜਿਹੜੇ ਵਿਦਵਾਨ ਸੀ ਉਹਨਾਂ ਨੇ ਇਹ ਪ੍ਰਸ਼ਨ ਉਠਾਇਆ ਸੀ ਕਿ ਆਪ ਦੇ ਗੁਰੂ ਕੌਣ ਸੀ, ਕਿਉਂਕਿ ਪ੍ਰੇਮਾ ਭਗਤੀ ਦੀ ਪਰੰਪਰਾ ਰਾਮਾਨੁਜ ਦੇ ਨਾਲ ਸ਼ੁਰੂ ਹੁੰਦੀ ਹੈ, ਇਸ ਲਈ ਆਪ ਨੂੰ ਰਾਮਾਨੁਜ ਨਾਲ ਜੋੜਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ। ਪਰ ਰਾਮਾਨੁਜ ਦੁਆਰਾ ਸ਼ੁਰੂ ਹੋਈ ਪ੍ਰੇਮਾ ਭਗਤੀ ਦੀ ਪਰੰਪਰਾ ਵਿੱਚ ਦੇਵਾਨੰਦ, ਹਰੀਆਨੰਦ, ਰਾਮਾਨੰਦ ਆਦਿ ਸੰਤ ਪੈਦਾ ਹੋਏ ਸੀ। ਰਵਿਦਾਸ ਜੀ ਇੱਥੇ ਰਾਮਾਨੰਦ ਦੇ ਸ਼ਿਸ਼ ਹਨ। ਮੈਕਾਲਿਫ, ਗੋਵਿੰਦ, ਤ੍ਰਿਗੁਣਾਇਤ, ਰਾਮਚੰਦਰ ਸ਼ੁਕਲ ਤੇ ਗਣਪਤ ਚੰਦਰ ਗੁਪਤ ਆਦਿ ਵਿਦਵਾਨਾਂ ਦਾ ਵਿਚਾਰ ਇਹੀ ਹੈ। ਪਰੰਤੂ ਰਵਿਦਾਸ ਜੀ ਦੀ ਆਪਣੀ ਬਾਣੀ ਵਿੱਚ ਕੋਈ ਹਵਾਲਾ ਨਹੀਂ ਮਿਲਦਾ ਕਿ ਉਹ ਰਾਮਾਨੰਦ ਦੇ ਕੀ ਗਏ ਸੀ, ਰਾਮਾਨੁਜ ਦੇ ਕੀ ਗਏ ਸੀ। ਓਕੇ, ਉਹ ਰਾਮਾਨੰਦ ਦੇ ਸ਼ਿਸ਼ ਸੀ, ਨਾ ਕਿ ਰਾਮਾਨੁਜ ਦੇ। ਠੀਕ ਹੈ, ਕਈ ਜਿਹੜੇ ਹੈਗੇ ਸੀ ਉਹ ਰਾਮਾਨੁਜ ਦੇ ਨਾਲ ਜੋੜਦੇ ਸੀ, ਪਰ ਰਾਮਾਨੰਦ ਦੇ ਸ਼ਿਸ਼ ਹੈਗੇ ਸੀ। ਤੇ ਪਰ ਕੋਈ ਵੀ ਉਹਨਾਂ ਦੇ ਬਾਰੇ ਹਵਾਲਾ ਕਹਿੰਦੇ ਨਹੀਂ ਮਿਲਦਾ ਇੱਥੇ। ਸੋ ਇਹ ਉਹਨਾਂ ਦੇ ਵਿਚਾਰ ਵਗੈਰਾ ਦੱਸੇ ਹੋਏ ਨੇ, ਇਹ ਤੁਸੀਂ ਖੁਦ ਇਹ ਚੀਜ਼ਾਂ ਨੂੰ ਪੜ੍ਹਨਾ ਹੈ। ਤੇ ਕਹਿੰਦੇ ਨੇ ਕਿ ਨਿਰਗੁਣ ਧਾਰਾ ਦੇ ਹੋਰ ਕਵੀਆਂ ਵਾਂਗ ਭਗਤ ਰਵਿਦਾਸ ਜੀ ਕਰਮਕਾਂਡ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ। ਸਰਗੁਣ ਧਾਰਾ ਅਵਤਾਰਵਾਦ ਵਿੱਚ ਵਿਸ਼ਵਾਸ ਰੱਖਣ ਦੇ ਕਾਰਨ ਕਰਮਕਾਂਡ ਨੂੰ ਜ਼ਿਆਦਾਤਰ ਤਰਜੀਹ ਦਿੰਦੀ ਸੀ। ਉਸ ਅਨੁਸਾਰ ਵੇਦਾਂ ਪੁਰਾਣਾਂ ਦੀ ਤੋਤਾ ਰਟਨੀ ਦੁਆਰਾ ਮਨ ਦੀ ਦੁਵਿਧਾ ਜਿਹੜੀ ਹੈਗੀ ਨਹੀਂ ਮਿਲਦੀ। ਸੋ ਉਹ ਜਿਵੇਂ ਮੰਦਿਰ ਮਸਜਿਦਾਂ ਦੇ ਵਿੱਚ ਜਾਂ ਫਿਰ ਬੁੱਤਾਂ ਦੇ ਵਿੱਚ ਜਿਹੜੇ ਰੱਬ ਨੂੰ ਲੱਭਣਾ ਉਹ ਉਸਦੇ ਖਿਲਾਫ ਸੀ। ਠੀਕ ਹੈ, ਤੇ ਹੁਣ ਦੇਖੋ ਰਵਿਦਾਸ ਜੀ ਨਾ ਇੱਕ ਬੇਗਮਪੁਰ ਦਾ ਸੰਕਲਪ ਦਿੰਦੇ ਨੇ। ਹੁਣ ਇਹ ਬੇਗਮਪੁਰ ਕੀ ਹੈਗਾ ਏ, ਕਹਿੰਦੇ ਨੇ ਕਿ ਅਜਿਹੇ ਰਾਜ ਦੀ ਨਿਰਮਾਣ ਉਹ ਵੇਖਣਾ ਚਾਹੁੰਦੇ ਸੀ, ਤੇ ਤਾਂ ਜਿਸ ਦੇ ਵਿੱਚ ਕੀ ਸੀ ਕੋਈ ਵੀ ਗਮ ਨਾ ਹੋਵੇ, ਕੋਈ ਚੋਰੀ ਨਾ ਹੋਵੇ, ਕੋਈ ਘਟਨਾ ਹੋ ਜੀ ਨਾ ਹੋਵੇ, ਕੋਈ ਭੈ ਨਹੀਂ ਹੋਵੇ, ਕੋਈ ਟੈਕਸ ਵਗੈਰਾ ਦਾ ਨਹੀਂ ਹੋਵੇ, ਲੋਕੀ ਸ਼ਾਂਤੀ ਦੇ ਨਾਲ ਰਹਿੰਦੇ ਸੀ। ਸੋ ਇਸ ਤਰ੍ਹਾਂ ਉਹਨਾਂ ਦੀ ਰਾਜਨੀਤਿਕ ਜਿਹੜੀ ਦ੍ਰਿਸ਼ਟੀ ਆ ਉਹ ਇੱਥੇ ਦੇਖਣ ਨੂੰ ਮਿਲਦੀ ਨੇ। ਤੇ ਰਵਿਦਾਸ ਜੀ ਦਾ ਸੰਬੰਧ ਇੱਕ ਕਥਿਤ ਦਲਿਤ ਜਾਤੀ ਦੇ ਨਾਲ ਸੀ, ਪਰ ਹੁਣ ਇਸ ਜਾਤੀ ਨੂੰ ਕਿਸੇ ਹੀਨਤਾ ਨਾਲ ਦੇ ਭਾਵਨਾ ਉਹ ਪ੍ਰਗਟ ਨਹੀਂ ਕਰਦੇ ਸੀ। ਠੀਕ ਹੈ, ਤੇ ਇਸ ਤੋਂ ਇਲਾਵਾ ਬਾਕੀ ਉਹਨਾਂ ਦੇ ਵਿਚਾਰ ਹੈ। ਇੱਥੇ ਉਹਨਾਂ ਦੀ ਬਾਣੀ ਦੇ ਬਾਰੇ ਦੱਸਿਆ ਹੈਗਾ ਵਾ। ਰਵਿਦਾਸ ਬਾਣੀ ਦੀ ਪ੍ਰਸੰਗਿਕਤਾ ਦਾ ਸਤਿਕਾਰ ਕਰਦਿਆਂ ਹੋਇਆ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਆਦਿ ਗ੍ਰੰਥ ਵਿੱਚ ਸੰਕਲਿਤ ਕੀਤਾ ਸੀ। ਮਹਾਨ ਗ੍ਰੰਥ ਦੇ ਵਿੱਚ ਆਪ ਦੁਆਰਾ ਰਚਿਤ 40 ਸ਼ਬਦ ਮਿਲਦੇ ਨੇ, ਤੇ ਆਦਿ ਗ੍ਰੰਥ ਤੋਂ ਬਾਹਰ ਵੀ ਆਪ ਦੀ ਬਾਣੀ ਪ੍ਰਾਪਤ ਹੈ। ਪ੍ਰਮਾਣਿਕਤਾ ਦੀ ਦ੍ਰਿਸ਼ਟੀ ਤੋਂ 40 ਸ਼ਬਦ ਹੀ ਉਲੇਖਣਯੋਗ ਹਨ, ਤੇ ਇਹਨਾਂ ਦਾ ਵੇਰਵਾ ਦੇਖੋ ਹੁਣ। ਸ੍ਰੀ ਰਾਗ 1 ਸ਼ਬਦ, ਗੌੜੀ 5, ਆਸਾ ਰਾਗ 6, ਗੁਜਰੀ 1, ਸੋਰਠ 7, ਧਨਾਸਰੀ ਰਾਗ 3, ਜੈਤਸਰੀ 1, ਸੂਹੀ 3, ਬਿਲਾਵਲ 2, ਗੋੜ 2, ਤੇ ਰਾਮਕਲੀ 1, ਮਾਰੂ ਰਾਗ 2, ਕੇਦਾਰਾ ਰਾਗ 1, ਪੈਰੋ 1, ਬਸੰਤ 1 ਤੇ ਮਲਾਰ 3। ਕੁੱਲ ਮਿਲਾ ਕੇ ਸਾਡੇ ਕੋਲ ਇਹਨਾਂ ਦੇ 40 ਸ਼ਬਦ ਹੋ ਗਏ ਨੇ। ਸੋ ਇਹਨਾਂ ਦੀ ਸੂਖਮ ਪ੍ਰਕਾਰ ਦੀ ਵਿਅੰਗ ਰਚਨਾ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ, ਤੇ ਕਹਿੰਦੇ ਨੇ ਕਿ ਵਿਅੰਗ ਦੇ ਮਾਧਿਅਮ ਦੁਆਰਾ ਆਪ ਮਾਇਆ ਦੇ ਪਿੱਛੇ ਜਿਹੜਾ ਵਿਅਕਤੀ ਭਜਦਾ ਹੈ ਉਸ ਦੀ ਆਲੋਚਨਾ ਇਹ ਕਰਦੇ ਨੇ, ਤੇ ਇਹਨਾਂ ਦੀ ਇੱਕ ਐਗਜ਼ਾਮਪਲ ਵੀ ਇੱਥੇ ਦਿੱਤੀ ਹੋਈ ਹੈ। ਸੋ ਰਵਿਦਾਸ ਬਾਣੀ ਵਿੱਚ ਕਈ ਤਰ੍ਹਾਂ ਦੀਆਂ ਕਹਿੰਦੇ ਕਾਵਿ ਸ਼ੈਲੀਆਂ ਵੀ ਰੂਪਮਾਨ ਹੋਈਆਂ ਨੇ। ਕਿਤੇ ਸੰਸਕ੍ਰਿਤ ਪ੍ਰਧਾਨ ਸ਼ੈਲੀ, ਕਿਤੇ ਫਾਰਸੀ, ਤੇ ਕਿਤੇ ਠੇਠ ਪੰਜਾਬੀ ਦਾ ਵੀ ਰੰਗ ਪ੍ਰਚਲਿਤ ਹੈ, ਯਾਨੀ ਕਿ ਹਰ ਇੱਕ ਨੇ ਅਲੱਗ-ਅਲੱਗ ਵਰਤੀ ਹੈ। ਰਵਿਦਾਸ ਬਾਣੀ ਵਿੱਚ ਆਤਮਾ ਤੇ ਪਰਮਾਤਮਾ ਦੇ ਸੰਬੰਧਾਂ ਨੂੰ ਚਿਤਰਨ ਵਾਲੀਆਂ ਅਨੇਕ ਜੁਗਤਾਂ ਨੇ। ਪ੍ਰਤੀਕਾਤਮਕ ਅਭਿਵਿਅੰਜਨ ਦੇ ਨਾਲ ਆਪ ਬਿੰਬਾਵਲੀ ਦਾ ਬੜਾ ਸਟੀਕ ਉਪਯੋਗ ਕਰਦੇ ਨੇ। ਸੋ ਪ੍ਰਤੀਕ ਯੂਜ਼ ਕੀਤੇ ਸੀ ਤੇ ਬਿੰਬ ਯੂਜ਼ ਕੀਤੇ ਸੀ। ਪ੍ਰਤੀਕ ਵਿਧਾਨ ਭਾਰਤ ਦੀ ਪ੍ਰਮਾਣਿਕ ਪਰੰਪਰਾ ਦੇ ਨਾਲ-ਨਾਲ ਸੱਭਿਆਚਾਰਕ ਸਮੱਗਰੀ ਦਾ ਵੀ ਭਰਪੂਰ ਪ੍ਰਯੋਗ ਕਰਦਾ ਹੈ। ਇਸ ਤਰ੍ਹਾਂ ਆਪ ਦੀ ਬਾਣੀ ਵਿੱਚ ਇੱਕ ਦਾਰਸ਼ਨਿਕ ਗਹਿਰਾਈ ਤੇ ਬੌਧਿਕ ਵਿਸਥਾਰ ਵੀ
आ जाता है। ठीक है। सो कुछ होर कवि साडे कोल इन्हां दे विच आ जांदे, जिन्हां दे विच भगत जयदेव जी आ जांदे ने। ਕਹਿੰਦੇ ਨੇ ਕਿ ਇਹਨਾਂ ਦੀ ਬਾਣੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਹੋ ਕੇ ਪੰਜਾਬੀ ਸਾਹਿਤ ਦਾ ਹਿੱਸਾ ਬਣ ਚੁੱਕੀ ਹੈ। ਇਹਨਾਂ ਭਗਤਾਂ ਵਿੱਚ ਸਭ ਤੋਂ ਪਹਿਲਾਂ ਜਿਹੜੇ ਜੈਦੇਵ ਜੀ ਨੇ, ਹਿੰਦੀ ਸਾਹਿਤ ਦਾ ਬ੍ਰਿਹਸਤ ਇਤਿਹਾਸ ਦੇ ਅਨੁਸਾਰ ਇਹਨਾਂ ਦਾ ਜੀਵਨ ਕਾਲ 12ਵੀਂ 13ਵੀਂ ਸਦੀ ਈਸਵੀ ਹੈ। ਭਾਸ਼ਾ ਵਿੱਚ ਸੰਸਕ੍ਰਿਤ ਸ਼ਬਦਾਵਲੀ ਦਾ ਕਾਫੀ ਪ੍ਰਯੋਗ ਹੋਇਆ, ਪਰੰਤੂ ਰਾਗ ਮਾਰੂ ਦੇ ਨਿਮਨ ਅੰਕਿਤ ਪਦ ਦੀ ਭਾਸ਼ਾ ਸਾਧ ਭਾਸ਼ਾ ਦੇ ਵਧੇਰੇ ਨੇੜੇ ਹੈ। ਇਸ ਤੋਂ ਇਲਾਵਾ ਪੀਪਾ ਜੀ ਆ ਜਾਂਦੇ ਨੇ ਤੇ ਰਿਆਸਤ ਗਗਰਾਉਣਗੜ੍ਹ ਦੇ ਰਾਜਾ ਹਨ। ਰਾਮਾਨੰਦ ਦੀ ਸ਼ਿਸ਼ ਪਰੰਪਰਾ ਵਿੱਚ ਇਹਨਾਂ ਦਾ ਸਥਾਨ ਸ਼੍ਰੋਮਣੀ ਹੈਗਾ, ਮਤਲਬ ਕਿ ਸ਼੍ਰੋਮਣੀ ਉਹਨਾਂ ਦੇ ਸ਼ਿਸ਼ ਮੰਨੇ ਗਏ ਸੀ। ਆਦਿ ਗ੍ਰੰਥ ਵਿੱਚ ਇਹਨਾਂ ਦੇ ਕੇਵਲ ਇੱਕ ਸ਼ਬਦ ਆਇਂਦਾ ਜੋ ਕਿ ਧਨਾਸਰੀ ਰਾਗ ਦੇ ਵਿੱਚ ਦਰਜ ਹੈ। ਭਗਤ ਸੈਨ ਜੀ, ਉਹਨਾਂ ਦਾ ਕੇਵਲ ਇੱਕ ਸ਼ਬਦ ਸੰਕਲਿਤ ਹੈ। ਰੀਵਾ ਰਿਆਸਤ ਦੇ ਰਾਜੇ ਦੇ ਨਾਈ ਸੀ। ਉਹਨਾਂ ਦੇ ਜ਼ਿਕਰ ਅਨੁਸਾਰ ਰਾਮਾਨੰਦ ਜੀ ਦੀ ਸ਼ਿਸ਼ ਪਰੰਪਰਾ ਦੇ ਵਿੱਚ ਇਹਨਾਂ ਦਾ ਜ਼ਿਕਰ ਮਿਲਦਾ ਹੈ, ਕਿਉਂਕਿ ਇਹ ਸ਼ਿਸ਼ ਹੀ ਹੈਗੇ ਸੀ ਉਹਨਾਂ ਦੇ ਅੱਗੇ। ਉਸ ਤੋਂ ਬਾਅਦ ਨੈਕਸਟ ਆਉਂਦੇ ਧੰਨਾ ਜੀ। ਜਨਮ 1415 ਰਾਜਸਥਾਨ ਦੇ ਇੱਕ ਪਿੰਡ ਧੁਆਨ ਦੇ ਵਿੱਚ ਹੋਇਆ। ਬ੍ਰਾਹਮਣ ਦੀ ਠਾਕੁਰ ਪੂਜਾ ਤੋਂ ਪ੍ਰੇਰਿਤ ਹੋ ਕੇ ਭਗਤ ਬਣ ਗਏ ਸੀ। ਇਹਨਾਂ ਦੇ ਦੋ ਪਦੇ ਆਉਂਦੇ ਨੇ ਰਾਗ ਆਸਾ ਦੇ ਵਿੱਚ, ਇੱਕ ਪਦਾ ਰਾਗ ਧਨਾਸਰੀ ਦੇ ਵਿੱਚ। ਨਿਰਗੁਣਵਾਦੀ ਧਾਰਾ ਦੇ ਕਵੀ ਮੰਨੇ ਜਾਂਦੇ ਨੇ। ਤੇ ਰਚਨਾ ਇੱਥੇ ਦੇਖੋ ਗੋਪਾਲ ਤੇਰਾ ਆਰਤਾ ਇਹਨਾਂ ਦੇ ਦੁਆਰਾ। ਭਗਤ ਤ੍ਰਿਲੋਚਨ ਦੀ ਵੈਸ਼ ਜਾਤੀ ਦੇ ਨਾਲ ਸੰਬੰਧਿਤ ਸੀ। ਪਿੰਡ ਬਾਰਸੀ ਜ਼ਿਲ੍ਹਾ ਸ਼ੋਲਾਪੁਰ ਦੇ ਵਸਨੀਕ ਸੀ। ਜਨਮ 1268 ਦਾ ਸੀ। ਆਪ ਭਗਤ ਨਾਮਦੇਵ ਜੀ ਦੇ ਕਾਫੀ ਨਿਕਟਵਰਤੀ ਦੱਸੇ ਗਏ ਸੀ ਤੇ ਆਪ ਦੀ ਇੱਕ ਬਾਣੀ ਦਾ ਪ੍ਰਮਾਣ ਵੀ ਇੱਥੇ ਦੱਸਿਆ ਹੋਇਆ ਹੈ। ਸੋ ਕਹਿੰਦੇ ਨੇ ਇਹਨਾਂ ਭਗਤ ਕਵੀਆਂ ਨੇ ਮੱਧਕਾਲ ਪੰਜਾਬੀ ਕਾਵਿ ਦੀ ਨਿਰਗੁਣ ਧਾਰਾ ਨੂੰ ਬਹੁਤ ਹੀ ਅਮੀਰ ਬਣਾਇਆ ਸੀ। ਹਿੰਦੁਸਤਾਨ ਦੇ ਦੂਰ ਦਰਾਡੇ ਖੇਤਰਾਂ ਨਾਲ ਸੰਬੰਧਿਤ ਹੋਣ ਕਰਕੇ ਇਹਨਾਂ ਕਾਵਿ ਵਿੱਚ ਵੰਨ ਸਵੰਨੀਆਂ ਰੂੜੀਆਂ ਤੇ ਬਿਰਤਾਂਜੁਕਤਾ ਪ੍ਰਵਾਹ ਹੋਏ। ਮਤਲਬ ਹਰ ਕੋਈ ਕਿਤੋਂ ਕਿਤੋਂ ਆਇਆ ਸੀ ਤੇ ਉੱਥੋਂ ਕੁਛ ਨਾ ਕੁਛ ਲੈ ਕੇ ਜ਼ਰੂਰ ਆਏ ਸੀ, ਜਿਹੜੀ ਕਿ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਦਿੱਤਾ ਤੇ ਉਹ ਬਾਣੀ ਅਸੀਂ ਅੱਜ ਕੱਲ੍ਹ ਪੜ੍ਹਦੇ ਹੈਗੇ ਆ। ਇਹਨਾਂ ਦੇ ਕਾਵਿ ਵਿਰਸੇ ਨੂੰ, ਪੰਜਾਬੀ ਕਾਵਿ ਦੇ ਵਿਰਸੇ ਨੂੰ ਦਾਰ ਵਿਸਤ੍ਰਿਤ ਤੇ ਅਸੀਮ ਇਹਨਾਂ ਨੇ ਬਣਾ ਦਿੱਤਾ ਸੀ। ਤੇ ਮੱਧਕਾਲ ਦੀ ਜਿਹੜੀ ਪੰਜਾਬੀ ਕਾਵਿ ਪਰੰਪਰਾ ਵਿੱਚ ਇਹਨਾਂ ਭਗਤ ਕਵੀਆਂ ਦੀ ਰਚਨਾ ਤੇ ਬੜਾ ਯੋਗ ਗੌਰਵ ਹੈ। ਠੀਕ ਹੈ। ਇਸ ਤੋਂ ਇਲਾਵਾ ਇਹ ਭਗਤੀ ਕਾਵਿ ਦੇ ਕੁਝ ਸਾਨੂੰ ਚੀਜ਼ਾਂ ਮਿਲਦੀਆਂ ਨੇ, ਜਿਹੜੀ ਕਿ ਓਬਵੀਅਸਲੀ ਇੱਕ ਛੋਟੇ ਛੋਟੇ ਨੋਟਸ ਹੈਗੇ ਨੇ। ਹਾਂ, ਇਹਨਾਂ ਦਾ ਕਹਿੰਦੇ ਆਰੰਭ ਜਿਹੜਾ ਆ ਸੀ ਦੱਖਣੀ ਭਾਰਤ ਦੇ ਵਿੱਚ ਹੋਇਆ ਸੀ। ਜਨਮ ਸ਼ੈਵ ਤੇ ਵਿਸ਼ਨੂੰ ਮਤ ਵਿੱਚੋਂ ਹੋਇਆ ਮੰਨਿਆ ਜਾਂਦਾ ਹੈ ਭਗਤੀ ਲਹਿਰ ਦਾ। ਭਗਤੀ ਮਾਰਗ ਗਿਆਨ ਤੇ ਕਰਮ ਤੋਂ ਉਪਰੰਤ ਪਰਮਾਤਮਾ ਨਾਲ ਭਾਵੁਕ ਇਕਸਾਰਤਾ ਦੇ ਉੱਤੇ ਜ਼ੋਰ ਦਿੰਦਾ ਹੈ, ਯਾਨੀ ਕਿ ਪਰਮਾਤਮਾ ਨਾਲ ਸਾਂਝ ਪਾਉਣ ਦੇ ਉੱਤੇ। ਮੋਢੀ ਕੌਣ ਸੀ? ਭਗਤ ਰਾਮਾਨੰਦ ਜੀ ਨੂੰ ਮੰਨਿਆ ਜਾਂਦਾ ਹੈ। ਭਗਤੀ ਮਤ ਦੇ ਅਨੁਸਾਰ ਇਹ ਦੁਨੀਆ ਮਾਇਆ ਛਾਇਆ ਨਹੀਂ, ਇਸ ਦੇ ਪਦਾਰਥ ਪਰਮਾਤਮਾ ਦੀਆਂ ਬਖਸ਼ੀਆਂ ਦਾਤਾਂ ਨੇ, ਇਹਨਾਂ ਨੂੰ ਮੰਨਣਾ ਵਰਜਿਤ ਨਹੀਂ ਹੈ। ਪਰ ਜੀਵ ਆਪਣੇ ਆਪ ਨੂੰ ਇਹਨਾਂ ਪਦਾਰਥਾਂ ਵਿੱਚ ਖਚਿਤ ਨਹੀਂ ਕਰ ਲੈਣਾ ਚਾਹੀਦਾ। ਮਤਲਬ ਕਿ ਅਗਰ ਤੁਹਾਨੂੰ ਚੀਜ਼ਾਂ ਪ੍ਰਾਪਤ ਹੈ, ਵਰਤੋ, ਥੋੜੀਆਂ ਵਰਤੋ, ਇਹ ਨਹੀਂ ਹੈ ਕਿ ਉਹਦੇ ਵਿੱਚ ਹੀ ਖੁੱਬੇ ਰਹਿਣਾ ਹੈ। ਭਗਤੀ ਕਾਲ ਦੀ ਦੋ ਪ੍ਰਮੁੱਖ ਧਾਰਾਵਾਂ ਹੈਗੀਆਂ ਸਾਡੇ ਕੋਲ, ਨਿਰਗੁਣ ਤੇ ਸਰਗੁਣ। ਹੁਣ ਨਿਰਗੁਣ ਜਿਹੜੇ ਹੈਗੇ ਨੇ, ਦੇਖੋ ਇਹ ਵੀ ਕਨਫਿਊਜ਼ਨ ਦੂਰ ਹੋ ਜਾਏਗੀ। ਇਹ ਉਹ ਧਾਰਾ ਹੈਗੀ ਹੈ ਜਿਸ ਵਿੱਚ ਮੰਨਿਆ ਜਾਂਦਾ ਹੈ ਕਿ ਪਰਮਾਤਮਾ ਦਾ ਕੋਈ ਰੂਪ ਰੰਗ ਨਹੀਂ ਹੁੰਦਾ ਤੇ ਸਗੋਂ ਪਰਮਾਤਮਾ ਦਾ ਘਟ ਘਟ ਵਿੱਚ ਸਮਾਇਆ ਹੋਇਆ ਹੈ। ਕਬੀਰ, ਰਵਿਦਾਸ ਆਦਿ ਇਸ ਧਾਰਾ ਵਿੱਚ ਸ਼੍ਰੋਮਣੀ ਸਥਾਨ ਰੱਖਦੇ ਨੇ ਤੇ ਨਿਰਗੁਣ ਬ੍ਰਹਮ ਦੀ ਉਪਾਸਨਾ ਦਾ ਉਪਦੇਸ਼ ਜਿਹੜਾ ਹੈਗੇ ਨੇ ਉਹ ਕੀ ਹੈਗੇ ਨੇ, ਇਸ ਨੂੰ ਮੰਨਦੇ ਨੇ। ਉਸ ਤੋਂ ਬਾਅਦ ਸਰਗੁਣ ਧਾਰਾ ਸਾਡੇ ਕੋਲ ਆਉਂਦੀ ਹੈਗੀ ਆ ਤੇ ਸਰਗੁਣ ਦੇ ਵਿੱਚ ਕੀ ਕਿਹਾ ਹੈ ਕਿ ਉਹ ਧਾਰਾ ਜਿਸ ਵਿੱਚ ਪਰਮਾਤਮਾ ਦਾ ਅਵਤਾਰ ਧਾਰ ਕੇ ਦੁਨੀਆ ਵਿੱਚ ਲੋਕਾਂ ਦਾ, ਮਤਲਬ ਇਹ ਹੈਗੀ ਸਾਡੇ ਕੋਲ ਅਵਤਾਰਵਾਦੀ ਹੈ ਸਰਗੁਣ, ਤੇ ਇਹ ਅਵਤਾਰਵਾਦੀ ਨਹੀਂ ਹੈਗਾ। ਸਿੰਪਲ ਇਸ ਦੇ ਵਿੱਚ ਇਹ ਕਹਿ ਸਕਦੇ, ਜਿਸ ਦੇ ਵਿੱਚ ਅਸੀਂ ਕੀ ਗਿਆ ਕਿ ਬ੍ਰਹਮ ਨੂੰ ਕਣ ਕਣ ਵਿੱਚ ਸਮਾਏ ਹੋਣ ਦੀ ਥਾਂ ਅਸੀਂ ਮੂਰਤੀ ਪੂਜਾ ਕਰਦੇ ਨੇ, ਉਸ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਨੇ। ਜਿਵੇਂ ਇਹਨਾਂ ਦੇ ਵਿੱਚ ਸੂਰਦਾਸ, ਮੀਰਾਬਾਈ, ਤੁਲਸੀਦਾਸ ਆਦਿ ਇਸ ਦੇ ਪ੍ਰਮੁੱਖ ਕਵੀ ਹੋਏ ਨੇ ਜਿਹੜੇ ਸਰਗੁਣ ਧਾਰਾ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਪੰਜਾਬ ਵਿੱਚ ਭਗਤੀ ਕਾਵਿ ਦਾ ਪ੍ਰਧਾਨ ਰੂਪ ਨਿਰਗੁਣ ਵਾਲਾ ਹੀ ਹੈ। ਭਗਤ ਕਬੀਰ, ਰਵਿਦਾਸ, ਧੰਨਾ, ਨਾਮਦੇਵ ਤੇ ਭਗਤ ਕਮਾਲ ਦੀਆਂ ਰਚਨਾਵਾਂ ਉੱਤੇ ਪੰਜਾਬੀ ਦਾ ਕਾਫੀ ਜ਼ਿਆਦਾ ਪ੍ਰਭਾਵ ਸਾਨੂੰ ਦੇਖਣ ਨੂੰ ਮਿਲਦਾ ਹੈ। ਛੋਟੇ ਛੋਟੇ ਨੋਟਸ ਹੈਗੇ ਨੇ, ਜ਼ਰੂਰ ਪੜਿਓ। ਠੀਕ ਹੈ। ਹੁਣ ਇਹਨਾਂ ਦੇ ਬਾਰੇ ਜਾਣਕਾਰੀ ਦੇਖੋ। ਕਹਿੰਦੇ ਭਗਤ ਕਬੀਰ ਜੀ, ਅਸੀਂ ਸ਼ਾਰਟ ਦੇ ਵਿੱਚ ਜਿਵੇਂ ਪੜ੍ਹਨਾ ਹੈ ਨਾ, ਰਾਮਾਨੰਦ ਦੇ ਚੇਲੇ ਸੀ ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੀ। ਜਨਮ 1398,
बनारस ਦੇ ਨੇੜੇ ਇੱਕ ਬ੍ਰਾਹਮਣ ਵਿਧਵਾ ਦੀ ਕੁੱਖੋਂ ਜਨਮ ਹੋਇਆ। ਸਬੰਧ ਹੈਗਾ ਸੀ ਜੁਲਾਹਾ ਜਾਤ ਨਾਲ ਮੰਨਿਆ ਜਾਂਦਾ ਹੈ। ਪਤਨੀ ਦਾ ਨਾਮ ਲੋਈ, ਇੱਕ ਪੁੱਤਰ ਕਮਲ ਤੇ ਇੱਕ ਪੁੱਤਰੀ ਕਮਲੀ। ਤੇ ਆਪ ਨੇ ਹਿੰਦੂ ਮੁਸਲਮਾਨ ਕਾ ਸਾਹਿਬ ਇੱਕ ਸ਼ਬਦ ਉਚਾਰ ਕੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਵੱਧ ਰਹੇ ਪਾੜੇ ਨੂੰ ਦੂਰ ਕਰਕੇ ਏਕਤਾ ਦੇ ਭਾਵ ਪੈਦਾ ਕੀਤੇ ਤੇ ਜਿਸ ਕਰਕੇ ਆਪ ਨੂੰ ਅੱਧੇ ਹਿੰਦੂ ਤੇ ਅੱਧੇ ਮੁਸਲਮਾਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਆਪ ਅਵਤਾਰਵਾਦ ਤੇ ਦੇਵੀ ਦੇਵਤਿਆਂ ਦੀ ਉਪਾਸਨਾ ਦੇ ਵਿਰੋਧੀ ਸੀ, ਪਰ ਫਿਰ ਵੀ ਆਪ ਵੇਦਾਂ ਦੀ ਮਹਾਨਤਾ ਨੂੰ ਸਵੀਕਾਰਿਆ ਸੀ ਆਪਨੇ, ਜਿਵੇਂ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ। ਆਪ ਪਹਿਲੇ ਅਜਿਹੇ ਕਵੀ ਸੀ ਜਿਨ੍ਹਾਂ ਨੇ ਰਾਜਿਆਂ ਦੀ ਮਹਾਨਤਾ ਉੱਤੇ ਸ਼ੱਕ ਪ੍ਰਗਟ ਕੀਤਾ ਸੀ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ, ਅਨੁਰਾਗ ਸਾਗਰ ਆਪ ਦੀਆਂ ਪ੍ਰਮੁੱਖ ਰਚਨਾਵਾਂ ਨੇ। ਬੀਜਕ ਕਬੀਰ ਜੀ ਦੀ ਸਭ ਤੋਂ ਪ੍ਰਮਾਣਿਕ ਰਚਨਾ ਮੰਨੀ ਜਾਂਦੀ ਹੈ। ਸਾਰੇ ਸੰਤਾਂ ਵਿੱਚੋਂ ਕਬੀਰ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਹੈਗੀ ਆ, ਭਗਤਾਂ ਦੇ ਵਿੱਚੋਂ ਕਿਹਾ ਹੈ। ਉਹਨਾਂ ਨੇ 17 ਰਾਗਾਂ ਵਿੱਚ 225 ਸ਼ਬਦ ਉਸਾਰੇ ਨੇ। ਇਸ ਤੋਂ ਇਲਾਵਾ 52 ਅੱਖਰੀ, ਵਾਰ 7ਵੀਂ ਤੇ ਸ਼ਲੋਕ ਭਗਤ ਕਬੀਰ ਜੀਓ ਕੇ ਸਿਲੇਖ ਹੇਠ 243 ਸ਼ਲੋਕ ਵਰਤੇ ਨੇ। ਸੋ ਇਹ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ, ਤੁਸੀਂ ਫੇਰ ਇਸ ਨੂੰ ਪੜ੍ਹ ਲੈਣਾ। ਇਸ ਤੋਂ ਇਲਾਵਾ ਭਗਤ ਕਬੀਰ ਜੀ ਦੀਆਂ ਪ੍ਰਮੁੱਖ ਸਤਰਾਂ ਜਿਹੜੀਆਂ ਆਮ ਲੋਕਾਂ ਦੇ ਮੂੰਹ ਦੇ ਉੱਤੇ ਚੜੀਆਂ ਹੋਈਆਂ ਨੇ, ਇਹ ਵੀ ਇੱਥੇ ਸਾਰਾ ਦੱਸੇ ਹੋਏ ਨੇ। ਉਸ ਤੋਂ ਬਾਅਦ ਭਗਤ ਰਵਿਦਾਸ ਜੀ ਬਨਾਰਸ ਦੇ ਨੇੜੇ ਸੀਰ ਗੋਵਰਧਨਪੁਰ ਵਿਖੇ ਜਨਮ ਹੋਇਆ। ਪਿਤਾ ਦਾ ਨਾਮ ਬਾਬਾ ਸੰਤੋਖ ਦਾਸ, ਮਾਤਾ ਦਾ ਨਾਮ ਕਲਸਾ ਦੇਵੀ। ਰਵਿਦਾਸ ਜੀ ਚਮਾਰ ਜਾਤੀ ਨਾਲ ਸੰਬੰਧ ਰੱਖਦੇ ਸੀ ਤੇ ਜੁੱਤੀਆਂ ਬਣਾ ਕੇ ਗੁਜ਼ਾਰਾ ਕਰਦੇ ਸੀ। ਆਪ ਦਾ ਜਿਹੜਾ ਵਿਆਹ ਸੀ ਪਿੰਡ ਮਿਰਜ਼ਾਪੁਰ ਵਿੱਚ ਹੋਇਆ। ਸੁਪੁੱਤਰ ਦਾ ਨਾਮ ਵਿਜੇ ਦਾਸ ਤੇ ਆਪ ਦੇ ਗੁਰੂ ਰਾਮਾਨੰਦ ਜੀ ਸੀ। ਭਗਤ ਰਵਿਦਾਸ ਜੀ ਵੀ ਨਿਰਗੁਣ ਬ੍ਰਹਮ ਦੇ ਕੀ ਗਏ ਸੀ, ਉਪਾਸਕ ਮੰਨੇ ਜਾਂਦੇ ਸੀ। ਆਪ ਦੀ ਸੁਰ ਕਬੀਰ ਜੀ ਦੀ ਸੁਰ ਵਾਂਗ ਤਿੱਖੀ ਨਾ ਹੋ ਕੇ ਧੀਮੀ ਰਹੀ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ 40 ਸ਼ਬਦ ਸ਼ਲੋਕ 16 ਰਾਗਾਂ ਵਿੱਚ ਦਰਜ ਨੇ। ਤੇ ਭਗਤ ਰਵਿਦਾਸ ਜੀ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਖੇ ਜਾ ਕੇ ਆਪਣੀਆਂ ਯਾਤਰਾਵਾਂ ਕਰਕੇ 6 ਉਦਾਸੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ ਸੀ। 6 ਉਦਾਸੀਆਂ ਕਿਹਨਾਂ ਦੇ ਨਾਮ? ਤੇ ਰਵਿਦਾਸ ਜੀ ਦੇ ਬਾਰੇ ਦੇਖੋ, ਪਹਿਲੀ ਉਦਾਸੀ ਕਿੱਥੇ ਕਿੱਥੇ ਗਏ ਸੀ, ਇਹ ਪੂਰਾ ਇੱਥੇ ਤੁਹਾਨੂੰ ਡਿਟੇਲਸ ਵਾਈਜ਼ ਦੱਸਿਆ ਹੋਇਆ ਹੈ। ਤੇ ਇਹ ਰਵਿਦਾਸ ਜੀ ਸਤਿਗੁਰੂ ਕਬੀਰ ਜੀ ਇਕੱਠੇ ਕਾਸ਼ੀ ਤੋਂ ਪਹਿਲੀ ਯਾਤਰਾ ਲਈ ਗਏ ਸੀ। ਭਗਤ ਰਵਿਦਾਸ ਜੀ ਦੇ ਸੁਪੁੱਤਰ ਸੰਤ ਵਿਜੇ ਦਾਸ ਵੀ ਜਿਹੜੇ ਹੈਗੇ ਸੀ ਤੇ ਗਏ ਸੀ। ਤੇ ਸਥਾਨਾਂ ਦੇ ਨਾਮ ਦੇਖੋ, ਨਾਗਪੁਰ, ਭਾਗਲਪੁਰ, ਮਾਧੋਪੁਰ, ਚੰਦੋਸੀ, बीजापुर, रानीपुरी, नारायणगढ़, भोपाल, बिलावलपुर, कोटा, झांसी, उदयपुर, जोधपुर, अजमेर, ये सारे अगों तुसी देख लेना। दूसरी उदासी भगत रविदास जी की दूसरी यात्रा गोरखपुर, प्रतापगढ़, शाहजहानपुर दी हैगी सी। तीजी जड़ी हैगी सी ਇਹ ਹਿਮਾਚਲ ਦੇ ਲੋਕਾਂ ਨੂੰ ਆਪਣਾ ਨੂਰੀ ਉਪਦੇਸ਼ ਦੇ ਕੇ ਉਹਨਾਂ ਨੇ ਨਵਾਜਿਆ ਸੀ, ਉਧਰ ਸਾਈਡ ਗਏ ਸੀ। ਚੌਥੀ ਜਿਹੜੀ ਹੈਗੀ ਸੀ ਹਰਿਦੁਆਰ, ਗੁਰਦਾਵਰੀ, ਕੁਰੂਕਸ਼ੇਤਰ, ਤ੍ਰਿਵੇਣੀ, ਜਿਹੜੇ ਹੈਗੇ ਸੀ ਗਰੀਬ ਅਮੀਰ ਮਹਾਪੁਰਸ਼ ਸਿੱਧਾਂ ਨੂੰ ਮਿਲੇ ਸੀ। ਪੰਜਵੀਂ ਉਦਾਸੀ ਦੇਖ ਲਓ, ਗਾਜ਼ੀਪੁਰ ਦੇ ਰਾਜਾ ਰੂਪ ਪ੍ਰਤਾਪ ਦੇ ਸੱਦੇ ਨੂੰ ਪ੍ਰਵਾਨ ਕਰਕੇ ਸੇਵਕਾਂ ਦੇ ਨਾਲ ਗਾਜ਼ੀਪੁਰ ਪਹੁੰਚੇ ਸੀ। ਇਹ ਉਹਨਾਂ ਦੀ ਪੰਜਵੀਂ ਉਦਾਸੀ ਸੀ। ਇਸ ਤੋਂ ਇਲਾਵਾ 6ਵੀਂ ਉਦਾਸੀ ਦੇਖੋ, ਪੰਜਾਬ ਵਿੱਚ ਉਹਨਾਂ ਨੇ ਯਾਤਰਾ ਕੀਤੀ ਸੀ ਤੇ ਪੰਜਾਬ ਲੁਧਿਆਣਾ ਰਾਹੀਂ ਯਾਤਰਾ ਕਰਕੇ ਪਿੰਡ ਚੱਕ ਹਕੀਮ ਨਜ਼ਦੀਕ ਫਗਵਾੜਾ ਵਿਖੇ ਪਧਾਰੇ ਸੀ ਤੇ ਜਲੰਧਰ, ਸੁਲਤਾਨਪੁਰ ਲੋਧੀ, ਕਪੂਰਥਲਾ ਵਿਖੇ ਵੀ ਆਪ ਪਧਾਰੇ ਸੀ। ਤੇ ਬਾਕੀ ਇੱਥੇ ਨੈਕਸਟ ਉਹਨਾਂ ਨੇ ਦੱਸੇ ਹੋਏ ਨੇ। ਹੁਣ ਇਹ ਵੀ ਅਸੀਂ ਪੜ੍ਹੇ ਨੇ, ਭਗਤ ਰਵਿਦਾਸ ਜੀ ਦੁਆਰਾ 16 ਰਾਗਾਂ ਦਾ ਵੇਰਵਾ ਦਿੱਤਾ ਗਿਆ, ਆਲਰੇਡੀ ਅਸੀਂ ਪੜ੍ਹਿਆ ਹੈ, ਬਟ ਇੱਕ ਵਾਰੀ ਤੁਸੀਂ ਫੇਰ ਦੇਖ ਲੈਣਾ ਕਿਹੜੇ ਕਿਹੜੇ ਹੈਗੇ ਨੇ, ਕਿਉਂਕਿ ਮੈਂ ਕਹਿਣਾ ਸ਼ਾਰਟ ਦੇ ਵਿੱਚ ਦੱਸੇ ਹੋਏ ਨੇ। ਉਹਨਾਂ ਦੀਆਂ ਪ੍ਰਮੁੱਖ ਸਤਰਾਂ ਵੀ ਦਸੀਆਂ ਹੋਈਆਂ ਨੇ। ਨੈਕਸਟ ਆ ਗਏ ਨੇ ਸਾਡੇ ਕੋਲ ਭਗਤ ਨਾਮਦੇਵ ਜੀ, ਜਨਮ 1270, ਮਹਾਰਾਸ਼ਟਰ ਦੇ ਪਿੰਡ ਨਰਸੀ ਬਾਮਨੀ ਵਿਖੇ ਇੱਕ ਛਿੰਬਾ ਪਰਿਵਾਰ ਦੇ ਵਿੱਚ। ਪਿਤਾ ਦਾ ਨਾਮ ਦਾਸ਼ਾਮੇਟ, ਮਾਤਾ ਦਾ ਨਾਮ ਗੋਨਾਬਾਈ। ਨਾਮਦੇਵ ਦਾ ਵਿਆਹ ਰਾਧਾਬਾਈ ਦੇ ਨਾਲ ਹੋਇਆ ਸੀ। ਪੁੱਤਰ ਦਾ ਨਾਮ ਨਰਾਇਣ ਸੀ। ਨਾਮਦੇਵ ਜੀ ਨੇ ਵਿਸੋਬਾ ਖੇਚਰ ਦੇ ਨੂੰ ਗੁਰੂ ਦੇ ਰੂਪ ਦੇ ਵਿੱਚ ਸਵੀਕਾਰ ਕੀਤਾ ਸੀ। ਆਪ ਸੰਤ ਗਿਆਨਵੇਸ਼ਵਰ ਦੇ ਸਮਕਾਲੀ ਸੀ। 61 ਪਦ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਨ ਨੇ। ਰਚਨਾ ਵਿੱਚ ਮਰਾਠੀ, ਰਾਜਸਥਾਨੀ, ਪੱਛਮੀ ਹਿੰਦੀ, ਪੱਛਮੀ ਪੂਰਬੀ ਪੰਜਾਬੀ ਨਾਲ ਫਾਰਸੀ ਦਾ ਵੀ ਪ੍ਰਭਾਵ ਆਇਂਦਾ ਹੈ। ਨਾਮਦੇਵ ਜੀ ਦੀ ਭਗਤੀ ਯਾਤਰਾ ਸਰਗੁਣ ਧਾਰਾ ਵਿੱਚੋਂ ਹੁੰਦੀ ਹੋਈ ਨਿਰਗੁਣ ਧਾਰਾ ਤੱਕ ਪਹੁੰਚਦੀ ਹੈ। ਇਹਨਾਂ ਦਾ ਦਿਹਾਂਤ 1350 ਦੇ ਵਿੱਚ ਹੋਇਆ
ਤੇ ਜਿਸ ਸਥਾਨ ਤੇ ਤਪ ਕਰਿਆ ਕਰਦੇ ਸੀ ਉਸ ਸਥਾਨ ਤੇ ਗੁਰਦੁਆਰਾ ਤਪਿਆਣਾ ਸਾਹਿਬ ਸੁਸ਼ੋਭਿਤ ਹੈ। 18 ਰਾਗਾਂ ਦਾ ਜਿਹੜਾ ਵੇਰਵਾ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਸ਼ਬਦ ਦਰਜ ਨੇ, ਤੇ ਇਹ ਵੀ ਤੁਸੀਂ ਡਿਟੇਲਸ ਦੇ ਵਿੱਚ ਜਿਹੜੇ ਹੈਗੇ ਨੇ ਦੇਖ ਲੈਣਾ। ਸੋ ਉਸ ਤੋਂ ਬਾਅਦ ਉਹਨਾਂ ਦੀਆਂ ਪ੍ਰਮੁੱਖ ਸਤਰਾਂ ਦੇ ਬਾਰੇ ਵੀ ਦੱਸਿਆ ਗਿਆ ਹੈਗਾ, ਇਹ ਵੀ ਤੁਸੀਂ ਦੇਖ ਲੈਣਾ। ਐਂਡ ਹਾਂ, ਭਗਤ ਜੈਦੇਵ ਜੀ ਦੱਖਣੀ ਬੰਗਾਲ ਦੇ ਵਿੱਚ ਪਿੰਡ ਕੰਦੂਲੀ ਵਿਖੇ 1170 ਦੇ ਵਿੱਚ ਜਨਮ। ਬੰਗਾਲ ਦੇ ਰਾਜਾ ਲక్ష్మణ ਸੈਨ ਦੇ 5 ਰਤਨਾਂ ਦੇ ਵਿੱਚੋਂ ਇੱਕ ਸੀ। ਜਾਤ ਦੇ ਬ੍ਰਾਹਮਣ ਸੀ, ਪਰ ਜਾਤੀ ਅਭਿਮਾਨ ਬਿਲਕੁਲ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਵਿੱਚ 2 ਸ਼ਬਦ ਰਾਗ ਗੁਜਰੀ ਤੇ ਰਾਗ ਮਾਰੂ ਵਿੱਚ ਮਿਲਦੇ ਨੇ। ਸੰਸਕ੍ਰਿਤ ਦਾ ਮਹਾਕਵੀ ਕਿਹਾ ਜਾਂਦਾ ਹੈ, ਜਿਸ ਨੇ ਗੀਤ ਗੋਬਿੰਦ ਤੇ ਰਤੀ ਮੰਜਰੀ ਦੀ ਰਚਨਾ ਕੀਤੀ ਸੀ। ਕੁਝ ਸਤਰਾਂ ਉਹਨਾਂ ਦੀਆਂ ਦੇਖ ਲਓ ਜਿਹੜੀਆਂ ਉਹਨਾਂ ਦੀਆਂ ਮਿਲਦੀਆਂ ਨੇ। त्रिलोचन जी नेक्स्ट आ गए ने। भाई कान सिंह नाभा अनुसार जन्म 1278 महाराष्ट्र ਵਿੱਚ ਸ਼ੋਲਾਪੁਰ ਦੇ ਬਾਰਸੀ ਕਸਬੇ ਵਿੱਚ ਹੋਇਆ। ਇਹਨਾਂ ਦੇ ਵਿਅਕਤੀਤਵ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਸਾਧੂਆਂ ਪ੍ਰਤੀ ਬੇਹੱਦ ਸ਼ਰਧਾ ਤੇ ਸਤਿਕਾਰ ਰੱਖਦੇ ਸੀ, ਉਹਨਾਂ ਦੀ ਭੋਜਨ ਆਦਿ ਨਾਲ ਸੇਵਾ ਕਰਦੇ ਸੀ। ਭਾਸ਼ਾ ਜਿਹੜੀ ਸੀ ਮਰਾਠੀ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ। 4 ਸਾਨੂੰ ਸ਼ਬਦ ਮਿਲਦੇ ਨੇ, 3 ਰਾਗ ਸ੍ਰੀ ਰਾਗ ਗੁਜਰੀ ਧਨਾਸਰੀ ਦੇ ਅਧੀਨ ਜਿਹੜੇ ਦਰਜੇ ਹੈਗੇ ਨੇ। ਪ੍ਰਮੁੱਖ ਸਤਰਾਂ ਵੀ ਦਿੱਤੀਆਂ ਹੋਈਆਂ ਨੇ, ਇਹ ਵੀ ਤੁਸੀਂ ਦੇਖ ਲੈਣਾ। ਐਂਡ ਨੈਕਸਟ ਜਿਹੜੇ ਹੈਗੇ ਸਾਡੇ ਕੋਲ ਭਗਤ ਪੀਪਾ ਜੀ। ਜਨਮ 1428 ਵਿੱਚ ਰਾਜਸਥਾਨ ਵਿੱਚ ਕੋਟਾ ਤੋਂ 45 ਮੀਲ ਪੂਰਬ ਜ਼ਿਲ੍ਹਾ ਗਗਨੌਰਗੜ੍ਹ ਰਿਆਸਤ ਵਿੱਚ ਹੋਇਆ। ਆਪ ਜੀ ਰਾਮਾਨੰਦ ਜੀ ਨੂੰ ਆਪਣਾ ਗੁਰੂ ਮੰਨਦੇ ਨੇ। 15ਵੀਂ ਸਦੀ ਦੇ ਆਰੰਭ ਵਿੱਚ ਆਪ ਦਾ ਜਿਹੜਾ ਜਨਮ ਮੰਨਿਆ ਜਾਂਦਾ ਹੈ। ਭਗਤ ਪੀਪਾ ਜੀ ਦਾ ਪਹਿਲਾ ਜਿਹੜਾ ਰਾਜਸਥਾਨ ਦੀ ਸਿਆਸਤ ਗਗਨੌਰਗੜ੍ਹ ਦੇ ਰਾਜਾ ਸਨ, ਤੇ ਆਪ ਦੀ ਪਤਨੀ ਦਾ ਨਾਮ ਰਾਣੀ ਸੀਤਾ ਤੇ ਪੁੱਤਰ ਦਾ ਨਾਮ ਕੀ ਸੀ? ਰਾਜਾ ਦਵਾਰਕਾ ਨਾਥ ਸੀ। ਤੇ ਕਹਿੰਦੇ ਨੇ ਕਿ ਬਚਪਨ ਤੋਂ ਹੀ ਆਪ ਦੇ ਮਨ ਵਿੱਚ ਵੈਰਾਗ ਦੇ ਭਾਵ ਜਿਹੜੇ ਵਿਅਕਤ ਹੋਣ ਲੱਗ ਪਏ ਸੀ। ਸੋ ਰਾਜਗੱਦੀ ਤੇ ਬੈਠਣ ਉਪਰੰਤ ਵੀ ਆਪ ਉਸੇ ਤਰ੍ਹਾਂ ਹੀ ਬਣੇ ਰਹੇ ਸੀ, ਤੇ ਸਾਧ ਸੰਤਾਂ ਦੀ ਸੇਵਾ ਕਰਨਾ ਆਪ ਆਪਣਾ ਧਰਮ ਸਮਝਦੇ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਧਨਾਸਰੀ ਦੇ ਅੰਤਰਗਤ ਉਹਨਾਂ ਦਾ ਉਚਾਰਿਆ ਇੱਕ ਸ਼ਬਦ ਸਾਨੂੰ ਮਿਲਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪ ਦੀ ਰਚਨਾ ਆਪ ਦੇ ਪੋਤਰੇ ਅਨੰਤ ਦਾਸ ਦੇ ਕੋਲੋਂ ਟੋਡਾ ਨਗਰ ਵਿਖੇ ਪ੍ਰਾਪਤ ਕੀਤੀ ਸੀ, ਤੇ ਅਵਤਾਰਵਾਦ ਦੀ ਥਾਂ ਆਪ ਨਿਰਗੁਣ ਨਿਰਾਕਾਰ ਦੀ ਜਿਹੜੀ ਉਪਾਸਨਾ ਕਰਦੇ ਸੀ, ਤੇ ਉਸਨੂੰ ਉਹ ਮਹੱਤਵ ਦੇ ਉੱਤੇ ਉਹ ਕੀ ਗਏ ਸੀ? ਜ਼ੋਰ ਦਿੰਦੇ ਸੀ। ਭਾਸ਼ਾ ਇਹਨਾਂ ਦੀ ਹੈਗੀ ਆ ਰਾਜਸਥਾਨੀ। ਤੇ ਭਗਤ ਸਦਨਾ ਜੀ, ਉਹਨਾਂ ਦੇ ਜਨਮ ਸੰਬੰਧੀ ਕੋਈ ਪ੍ਰਮਾਣਿਕ ਕਹਿੰਦੇ ਸਬੂਤ ਨਹੀਂ ਮਿਲਦਾ, ਪਰ ਉਹਨਾਂ ਦਾ ਜਨਮ 1180 ਵਿੱਚ ਸੇਹਵਾਨ ਸੂਬਾ ਸਿੰਧ ਪਾਕਿਸਤਾਨ ਵਿੱਚ ਹੋਇਆ ਮੰਨਿਆ ਜਾਂਦਾ ਹੈ। ਜੀਵਨ ਦਾ ਮੁੱਢਲਾ ਸਮਾਂ ਪਿਤਾ ਪੁਰਖੀ ਕਸਾਈ ਦਾ ਕੰਮ ਕਰਨ ਵਿੱਚ ਗੁਜ਼ਾਰਿਆ ਸੀ। ਜੋ ਪਿਤਾ ਦਾ ਕੰਮ ਸੀ ਉਹੀ ਇਹਨਾਂ ਦਾ। ਬਿਲਾਵਲ ਰਾਗ ਵਿੱਚ ਸਦਨਾ ਦੀ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਆਪ ਦਾ ਇਹ ਵਿਚਾਰ ਹੈ ਕਿ ਭਗਤੀ ਹਰ ਮਾੜੇ ਕਰਮ ਦਾ ਫਲ ਨਾਸ ਕਰਨ ਯੋਗ ਹੈ। ਆਪ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇੱਕ ਮਸਜਿਦ ਵੀ ਬਣਾਈ ਗਈ ਹੈ। ਸਦਨਾ ਜੀ ਸਾਲੀਗ੍ਰਾਮ ਦੀ ਪੂਜਾ ਕਰਦੇ ਸੀ। ਇਹ ਇੱਕ ਅਜਿਹਾ ਪੱਥਰ ਹੁੰਦਾ ਹੈ ਜਿਹੜਾ ਹਿੰਦੂ ਤ੍ਰਿਮੂਰਤੀ ਵਿੱਚੋਂ ਵਿਸ਼ਨੂੰ ਦਾ ਇੱਕ ਪ੍ਰਤੀਕ ਮੰਨਿਆ ਜਾਂਦਾ ਹੈ। ਨੈਕਸਟ ਆ ਗਏ ਨੇ ਰਾਮਾਨੰਦ ਜੀ। ਇਹ ਹੈਗੇ ਸੀ ਭਗਤੀ ਲਹਿਰ ਦੇ ਮੋਢੀ। ਜਨਮ 1366 ਦੇ ਵਿੱਚ ਦੱਖਣ ਮਾਨਕੋਟ ਪਿੰਡ ਵਿਖੇ ਇੱਕ ਬ੍ਰਾਹਮਣ ਪਰਿਵਾਰ ਵਿੱਚ ਸੁਸ਼ੀਲਾ ਨਾਂ ਦੀ ਔਰਤ ਦੀ ਕੁੱਖੋਂ ਹੋਇਆ। ਬਚਪਨ ਦਾ ਨਾਮ ਕੀ ਸੀ? ਰਾਮਾਦੱਤ ਸੀ, ਤੇ ਰਗਵਾਨੰਦ ਦਾ ਚੇਲਾ ਬਣ ਕੇ ਰਾਮਾਨੰਦ ਜੀ ਦੇ ਨਾਮ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਆਪ ਆਪਣੇ ਜੀਵਨ ਦੇ ਸ਼ੁਰੂਆਤੀ ਦਿਨਾਂ ਵਿੱਚ ਰਾਮ ਸੀਤਾ ਦੇ ਉਪਾਸਕ ਸਨ, ਤੇ ਬਾਅਦ ਵਿੱਚ ਨਿਰਗੁਣ ਬ੍ਰਹਮ ਦੀ ਉਪਾਸਨਾ ਵੱਲ ਆਪ ਤੁਰ ਪਏ ਸੀ, ਯਾਨੀ ਕਿ ਰੁਚਿਤ ਹੋ ਗਏ ਸੀ। ਪਹਿਲਾਂ ਸਰਗੁਣ ਸੀ, ਫਿਰ ਨਿਰਗੁਣ ਸੀ। ਉਹਨਾਂ ਨੇ ਸੰਸਕ੍ਰਿਤ ਦੀ ਥਾਂ ਹਿੰਦੂ ਸਧੁਕੜੀ ਭਾਸ਼ਾ ਨੂੰ ਆਪਣਾ ਪ੍ਰਚਾਰ ਦਾ ਮਾਧਿਅਮ ਬਣਾਇਆ ਸੀ। ਸੰਸਕ੍ਰਿਤ ਵਿੱਚ ਆਪ ਦੇ ਨਾਂ ਤੇ ਕਈ ਰਚਨਾਵਾਂ ਮਿਲਦੀਆਂ ਨੇ, ਜਿਨ੍ਹਾਂ ਵਿੱਚੋਂ ਸ਼੍ਰੀ ਵੈਸ਼ਨਵ ਮਤਾਵਜ ਭਾਸਕਰ, ਸ਼੍ਰੀ ਰਾਮਾਚਰਨ ਪੱਧਤੀ ਕਾਫੀ ਮਹੱਤਵਪੂਰਨ ਹਨ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਾ ਇੱਕ ਸ਼ਬਦ ਬਸੰਤ ਰਾਗ ਦੇ ਅਧੀਨ ਦਰਜ ਹੈ। ਭਗਤ ਕਬੀਰ ਜੀ, ਪੀਪਾ ਜੀ, ਸੈਨ ਜੀ, ਰਵਿਦਾਸ ਜੀ ਆਪ ਦੇ ਪ੍ਰਮੁੱਖ ਸ਼ਿਸ਼ ਨੇ। ਆਪ ਦਾ ਦੇਹਾਂਤ 1467 ਵਿੱਚ ਕਾਸ਼ੀ ਵਿਖੇ ਹੋਇਆ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਭਗਤ ਬੇਣੀ ਜੀ। 3 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਮਕਲੀ ਪ੍ਰਭਾਤੀ ਰਾਗਾਂ ਦੇ ਵਿੱਚ ਦਰਜ ਨੇ।
ਭਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਦੀ 14ਵੀਂ ਪੌੜੀ ਵਿੱਚ ਇਹਨਾਂ ਦੇ ਜੀਵਨ ਬਾਰੇ ਦੱਸਿਆ ਹੈ ਕਿ ਇਕਾਂਤ ਵਿੱਚ ਬੈਠ ਕੇ ਭਗਤੀ ਕਰਦੇ ਸੀ ਤੇ ਹੋਰ ਦੁਨਿਆਵੀ ਕੰਮਾਂ ਵਿੱਚ ਰੁਚੀ ਨਹੀਂ ਰੱਖਦੇ ਸੀ। ਇਹ ਵੈਸ਼ਨਵੀ ਜਿਹੜੇ ਕਰਮਕਾਂਡ ਦੀ ਨਿਖੇਧੀ ਕਰਦੇ ਸੀ ਤੇ ਸਹੀ ਮਾਰਗ ਤੇ ਚੱਲਣ ਦੀ ਲੋੜ ਤੇ ਉੱਤੇ ਬਲ ਦਿੰਦੇ ਸੀ। ਭਗਤ ਸੈਨ ਜੀ ਨੈਕਸਟ ਆ ਗਏ ਨੇ। ਮਹਾਨ ਕੋਸ਼ ਅਨੁਸਾਰ ਭਗਤ ਸੈਨ ਬਾਂਦਰਗੜ੍ਹ ਦੇ ਰਾਜਾ ਰਾਮ ਦੇ ਨਾਈ ਸੀ। ਇਹ ਕਹਿੰਦੇ ਨੇ ਇੱਕ ਰਵਾਇਤ ਅਨੁਸਾਰ ਜਦੋਂ ਇੱਕ ਰਾਤ ਆਪ ਰਾਜੇ ਦੀ ਸੇਵਾ ਵਿੱਚ ਨਾ ਜਾ ਸਕੇ ਤਾਂ ਪ੍ਰਭੂ ਦਾ ਰੂਪ ਧਾਰਨ ਕਰਕੇ ਆਪ ਆ ਗਏ। ਪ੍ਰਭੂ ਦੇ ਆਪ ਆਉਣ ਕਰਕੇ ਰਾਜੇ ਦਾ ਗਠੀਏ ਦਾ ਦੂਰ ਹੋ ਗਿਆ ਤੇ ਉਹ ਰਾਜੇ ਦਾ ਸਾਰਾ ਭੇਦ ਸਮਝ ਆ ਗਿਆ ਤੇ ਸੈਨ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਸ਼ਰਧਾ ਬਣ ਗਈ ਤੇ ਉਹਨਾਂ ਦੇ ਬਾਣੀ ਦਾ ਇੱਕੋ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰਾਗ ਧਨਾਸਰੀ ਦੇ ਵਿੱਚ ਦਰਜ ਹੈ ਤੇ ਸੰਦੂਕੜੀ ਭਾਸ਼ਾ ਵਿੱਚ ਰਚੇ ਗਏ ਇਸ ਸ਼ਬਦ ਵਿੱਚ ਪਰਮਾਤਮਾ ਦੀ ਵਿਰਾਟ ਆਰਤੀ ਲਈ ਧੂਪ ਦੀਪ ਦੀ ਥਾਂ ਦਿਲ ਦੇ ਸੱਚੇ ਪ੍ਰੇਮ ਨੂੰ ਉਹਨਾਂ ਨੇ ਅਹਿਮੀਅਤ ਦਿੱਤੀ ਹੈ। ਭਗਤ ਧੰਨਾ ਜੀ ਰਾਜਸਥਾਨ ਦੇ ਜ਼ਿਲ੍ਹਾ ਟਾਕ ਵਿੱਚ ਦਿਓਲੀ ਨੇੜੇ ਪਿੰਡ ਧੁਆਨ ਕਲਾ ਵਿੱਚ ਹੋਇਆ ਸੀ ਜਨਮ ਤੇ ਬਚਪਨ ਵਿੱਚ ਆਪ ਦੇ ਮਾਂ-ਬਾਪ ਨੇ ਆਪ ਨੂੰ ਗਊਆਂ ਚਾਰਨ ਵਾਸਤੇ ਲਾ ਲਿਆ। ਜਾਟ ਪੱਖੋਂ ਜੱਟ ਸੀ ਤੇ ਪਰੰਤੂ ਇੱਕ ਬ੍ਰਾਹਮਣ ਦੀ ਠਾਕੁਰ ਪੂਜਾ ਤੋਂ ਪ੍ਰਭਾਵਿਤ ਹੋ ਕੇ ਭਗਤੀ ਵੱਲ ਲੱਗ ਗਏ। ਸ਼ੁਰੂ ਵਿੱਚ ਮੂਰਤੀ ਪੂਜਕ ਸੀ, ਬਾਅਦ ਵਿੱਚ ਨਿਰਗੁਣ ਬਣ ਗਏ ਤੇ ਕਹਿੰਦੇ ਆਪ ਬਾਰੇ ਵਿੱਚ ਆਪ ਪ੍ਰਚਲਿਤ ਹੈ ਆਪਨੇ ਪੱਥਰ ਵਿੱਚੋਂ ਰੱਬ ਨੂੰ ਪਾਇਆ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ 3 ਸ਼ਬਦ 2 ਰਾਗਾਂ ਦੇ ਵਿੱਚ ਦਰਜ ਨੇ। 17 ਉਹਨਾਂ ਦੀਆਂ ਦੇਖ ਲਓ ਪ੍ਰਮੁੱਖ ਭਗਤ ਭੀਖਨ ਜੀ ਆਉਂਦੇ ਨੇ। ਪਿੰਡ ਕਰੋਰੀ ਲਖਨਊ ਵਿੱਚ 1480 ਦੇ ਵਿੱਚ ਜਨਮ ਹੋਇਆ। ਇਸਲਾਮ ਧਰਮ ਦੇ ਸੂਫੀ ਪ੍ਰਚਾਰਕ ਸੀ। ਆਪ ਦੇ ਗੁਰੂ ਦਾ ਨਾਮ ਸੈਦ ਮੀਰ ਇਬਰਾਹਿਮ ਸੀ। ਤਾਰਕ ਸਿੰਘ ਆਪ ਨੂੰ ਅਕਬਰ ਦੇ ਰਾਜ ਦੇ ਸਮੇਂ ਪੈਦਾ ਹੋਏ ਮੰਨਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ 2 ਸ਼ਬਦ ਰਾਗ ਸੋਰਠ ਅਧੀਨ ਦਰਜ ਨੇ। ਪਹਿਲੇ ਸ਼ਬਦ ਦੀ ਭਾਵਨਾ ਬੈਰਾਗ ਵਾਲੀ ਹੈ ਤੇ ਦੂਜੇ ਦੇ ਵਿੱਚ ਕੀ ਗਵਾ ਬੈਰਾਗ ਅੰਜਨ ਮੈਂ ਨਿਰੰਜਨ ਦੇ ਬਾਅਦ ਅਕਾਲ ਪੁਰਖ ਈਸ਼ਵਰ ਦੀ ਪ੍ਰਾਪਤੀ ਦੀ ਦਸ਼ਾ ਜ਼ਿਕਰ ਹੈ। ਅੰਤਿਮ ਸਮਾਂ 1574 ਦਾ ਆਪਦਾ ਮੰਨਿਆ ਜਾਂਦਾ ਹੈ। ਭੀਖਨ ਜੀ ਦੇ ਸ਼ਬਦ ਤੇ ਪਰਮਾਨੰਦ ਜੀ ਨੈਕਸਟ ਆ ਗਏ ਨੇ। 14ਵੀਂ ਸਦੀ ਦੇ ਅਖੀਰ ਵਿੱਚ ਹੋਇਆ ਮੰਨਿਆ ਜਾਂਦਾ ਹੈ ਇਹਨਾਂ ਦਾ ਜਨਮ। ਭਾਈ ਕਾਨ ਸਿੰਘ ਨਾਭਾ ਜਿਹੜੇ ਮਹਾਨ ਕੋਸ਼ ਵਿੱਚ ਭਗਤ ਪਰਮਾਨੰਦ ਨੂੰ ਬਾਰਸੀ ਜ਼ਿਲ੍ਹਾ ਸ਼ੋਲਾਪੁਰ ਦੇ ਵਸਨੀਕ ਮੰਨਦੇ ਨੇ। ਬਹੁਤ ਵੱਡੇ ਗਿਆਨੀ ਭਗਤ ਤੇ ਕਵੀ ਸੀ। ਸੰਸਕ੍ਰਿਤ, ਅਵਧੀ ਤੇ ਹਿੰਦੀ ਭਾਸ਼ਾਵਾਂ ਦੇ ਜਾਣਕਾਰ ਸੀ। ਪ੍ਰਭੂ ਭਗਤੀ ਵਿੱਚ ਲੀਨ ਰਹਿਣ ਕਰਕੇ ਆਪ ਦੇ ਨੈਣਾਂ ਵਿੱਚ ਹਮੇਸ਼ਾ ਨੀਰ ਵਗਦਾ ਸੀ ਤੇ ਇਹਨਾਂ ਨੇ ਸਰੰਗ ਰਾਗ ਵਿੱਚ ਇੱਕੋ ਇੱਕ ਸ਼ਬਦ ਜਿਹੜਾ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈਗੇ ਨੇ। ਉਸ ਤੋਂ ਇਲਾਵਾ ਆਪ ਦੇ 3 ਗ੍ਰੰਥ ਪਰਮਾਨੰਦ ਸਾਗਰ, ਪਰਮਾਦਾਸ ਕਾ ਪਦ, ਦਾਨ ਲੀਲਾ ਤੇ ਧਰੁਵ ਚਰਿੱਤਰ ਆਪਨੇ ਲਿਖੇ ਸੀ। ਪਰਾਈ ਨਿੰਦਾ ਕਰਨ ਦੀ ਆਦਤ ਨੂੰ ਉਹ ਪੂਰਾ ਸਮਝਦੇ ਸਨ। ਸੂਰਦਾਸ ਨੈਕਸਟ ਆ ਗਏ ਸਾਡੇ ਕੋਲ। 15ਵੀਂ ਸਦੀ ਦੇ ਪ੍ਰਸਿੱਧ ਸੰਤ, ਕਵੀ ਤੇ ਸੰਗੀਤਕਾਰ ਸੀ। ਭਾਈ ਕਾਨ ਸਿੰਘ ਨਾਭਾ ਅਨੁਸਾਰ ਆਪ ਦਾ ਪਹਿਲਾ ਜਨਮ ਮਦਨ ਮੋਹਨ ਸੀ ਬ੍ਰਾਹਮਣ ਜਾਤ ਨਾਲ ਸੰਬੰਧਿਤ ਸੀ। ਸੰਸਕ੍ਰਿਤ, ਹਿੰਦੀ ਤੇ ਫਾਰਸੀ ਦੇ ਵਿਦਵਾਨ ਸੀ। ਸੂਰਦਾਸ ਜਿਹੜੇ ਸੀ ਨੇਤਰਹੀਨ ਸੀ ਤੇ ਸਮਾਨ ਹਿੱਤ ਹੀ ਉਹਨਾਂ ਦਾ ਇਹ ਨਾਮ ਪ੍ਰਚਲਿਤ ਹੋਇਆ। ਸੂਰਦਾਸ ਵੈਰਾਗੀ ਸੁਭਾਅ ਦੇ ਨਿਸ਼ਠਾਵਾਨ ਭਗਤ ਸੀ। ਸ਼੍ਰੀ ਕ੍ਰਿਸ਼ਨ ਨੂੰ ਪੂਰਨ ਬ੍ਰਹਮ ਸਮਝ ਕੇ ਉਹਨਾਂ ਦੇ ਪ੍ਰਤੀ ਨਿਰਛਲ ਤੇ ਨਿਸ਼ਕਾਮ ਭਗਤੀ ਦਾ ਪ੍ਰਵਾਹ ਚਲਾਇਆ, ਪਰੰਤੂ ਫਿਰ ਕੀ ਸੀ ਨਿਰਗੁਣ ਬ੍ਰਹਮ ਦੇ ਉਪਾਸਕ ਬਣ ਗਏ। ਯਾਨੀ ਕਿ ਸਟਾਰਟਿੰਗ ਸਾਰੇ ਇਸ ਤਰ੍ਹਾਂ ਸੀ, ਬਾਅਦ ਦੇ ਵਿੱਚ ਦੂਸਰੇ ਸੀ। ਭਗਤ ਸੂਰਦਾਸ ਦਾ ਸੰਬੰਧ ਅਕਬਰ ਦੇ ਸਮੇਂ ਦੇ ਰਾਜ ਸੰਦੀਲਾ ਨਾਲ ਸੀ ਤੇ ਅਕਬਰ ਦੇ ਪ੍ਰਮੁੱਖ ਅਹਿਲਕਾਰ ਸੀ। 3 ਪ੍ਰਮੁੱਖ ਰਚਨਾਵਾਂ ਸੂਰਸਾਗਰ, ਸੂਰਸਾਰਵਰੀ ਤੇ ਸਾਹਿਤੀਆ ਲਹਿਰੀ ਵਰਣਨਯੋਗ ਨੇ। ਇੱਕੋ ਇੱਕ ਤੁਕ ਮਹੱਲਾ 5ਵਾਂ ਦੇ ਨਾਮ ਹੇਠ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈਗੀ ਹੈ। ਉਸ ਤੋਂ ਬਾਅਦ ਨੈਕਸਟ ਆਉਂਦੇ ਛੱਜੂ ਤੇ ਭਗਤ ਛੱਜੂ ਲਾਹੌਰ ਦੇ ਰਹਿਣ ਵਾਲੇ ਜਾਤ ਦੇ ਭਾਟੀਆ ਤੇ ਸਰਾਫੀ ਦਾ ਕੰਮ ਕਰਨ ਵਾਲੇ ਉੱਗੇ ਭਗਤ ਹੋਏ ਸੀ। ਆਪ ਜਹਾਂਗੀਰ ਦੇ ਸਮਕਾਲੀ ਸੀ। ਬਾਣੀ ਵਿੱਚ ਇਸਤਰੀ ਨਿੰਦਿਆ ਸੰਬੰਧੀ ਹੋਣ ਵਾਲੇ ਵਿਚਾਰ ਹੋਣ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੀ ਬਾਣੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ, ਕਿਉਂਕਿ ਉਹਨਾਂ ਦੀ ਬਾਣੀ ਵਿੱਚ ਇਸਤਰੀ ਨਿੰਦਿਆ ਸੀ। ਭਗਤ ਜਲਨ ਜਾਤ ਦੇ ਸੰਧੂ ਜੱਟ ਸੀ। ਪਿੰਡ ਭੰਡਾਣਾ, ਜ਼ਿਲ੍ਹਾ ਲਾਹੌਰ 16ਵੀਂ ਸਦੀ ਦੇ ਅਖੀਰ ਵਿੱਚ ਜਨਮ ਹੋਇਆ। 313 ਸਾਖੀਆਂ ਤੇ 42 ਬਿਸ਼ਨ ਪਦੇ ਮਿਲਦੇ ਨੇ ਤੇ ਸਾਰੀ ਰਚਨਾ ਦੋਹਣਿਆਂ ਦੇ ਵਿੱਚ ਹੈਗੀਆਂ। ਕੁਝ ਪ੍ਰਮੁੱਖ 17 ਇਹਨਾਂ ਦੀਆਂ ਮਿਲਦੀਆਂ ਨੇ। ਤੇ ਨੈਕਸਟ ਆ ਗਏ ਨੇ ਭਗਤ ਕਾਨਾ ਜੀ, ਲਾਹੌਰ ਦੇ ਰਹਿਣ ਵਾਲੇ ਸੀ। ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸੀ। ਆਪ ਦੀ ਜਿਹੜੀ ਕਵਿਤਾ ਉੱਪਰ ਸੂਫੀ ਕਵੀ ਸ਼ਾਹ ਹੁਸੈਨ ਦਾ ਪ੍ਰਭਾਵ ਪ੍ਰਤੱਖ ਦਿਖਾਈ ਦਿੰਦਾ ਹੈ। ਆਪ ਦੀ ਰਚਨਾ ਗੁਰੂ ਆਸ਼ਿਆ ਦੇ ਵਿਰੋਧ ਵਿੱਚ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋ ਸਕੀ ਤੇ ਬਾਅਦ ਦੇ ਵਿੱਚ ਇਹਨਾਂ ਦੇ ਕੁਝ ਹੋਰ ਜਾਣਕਾਰੀ ਦਿੱਤੀ ਹੋਈ ਹੈ। ਕਹਿੰਦੇ ਨੇ ਕਿ ਭਗਤ ਕਮਾਲ ਜੀ ਜੋ ਕਿ ਭਗਤ ਕਬੀਰ ਜੀ ਦੇ ਪੁੱਤਰ ਸਨ,
ਉਹਨਾਂ ਦਾ ਇੱਕ ਸ਼ਬਦ ਤੇ ਸ਼ਲੋਕ ਨਾਮੀ ਪੁਰਾਤਨ ਗ੍ਰੰਥ ਵਿੱਚ ਮੌਜੂਦ ਹੈ। ਇਸ ਸ਼ਬਦ ਉੱਤੇ ਸਰਗੁਣ ਧਾਰਾ ਦਾ ਰੰਗ ਹੈ। ਭਗਤ ਬਾਣੀ ਵਿੱਚ ਕਰਮਕਾਂਡ ਤੇ ਜਾਤ ਪਾਤ ਦਾ ਵਿਰੋਧ ਕੀਤਾ ਗਿਆ ਸੀ, ਅਸੀਂ ਕਈ ਜਗ੍ਹਾ ਦੇਖਿਆ ਹੈਗਾ ਵਾ। ਤੇ ਸ਼ੇਖ ਹਯਾਤੀ ਜਗ ਕਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ। ਸ਼ਲੋਕ ਵਿੱਚ ਭਗਤ ਸ਼ੇਖ ਫਰੀਦ ਦਾ ਜਿਹੜਾ ਧਰਮ ਸ਼ਾਸਤਰੀ ਮੁੱਦਾ ਜੀਵਨ ਦੀ ਸੀਮਾ ਵੱਧਦਾ ਹੈ। ਬਾਬਾ ਸੁੰਦਰ ਜੀ ਜੋ ਕਿ ਗੁਰੂ ਅਮਰਦਾਸ ਜੀ ਦੇ ਪੜਪੋਤੇ ਸੀ, ਉਹਨਾਂ ਦੀ ਸੱਦ ਰਾਮਕਲੀ ਰਾਗ ਵਿੱਚ ਲਿਖੀ ਹੋਈ ਮਿਲਦੀ ਹੈ। ਵਲੀ ਰਾਮ ਭਗਤ ਦੀਆਂ ਕਾਫੀਆਂ, ਸ਼ਬਦ, ਕਵਿੱਤੇ, ਦੋਹਰੇ ਆਦਿ ਪੰਜਾਬੀ ਵਿੱਚ ਮਿਲਦੇ ਨੇ। ਇਸ ਤੋਂ ਇਲਾਵਾ ਝੂਲਣੇ ਵੀ ਜਿਹੜੇ ਹੈਗੇ ਨੇ ਉਹ ਵੀ ਸਾਧ ਭਾਸ਼ਾ ਦੇ ਵਿੱਚ ਸਾਨੂੰ ਮਿਲਦੇ ਨੇ। ਭਗਤ ਜਲਨ ਤੇ ਭਗਤ ਸੁਥਰਾ ਨੇ ਹਾਸ ਰਸੀ ਤੇ ਵਿਅੰਗ ਭਰਪੂਰ ਸ਼ੈਲੀ ਨੂੰ ਆਪਣੀ ਰਚਨਾ ਲਈ ਅਪਣਾਇਆ ਸੀ। ਇਹ ਦੋਵੇਂ ਭਗਤ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀ ਗਏ ਸੀ? ਸਮਕਾਲੀ ਸੀ। ਭਗਤ ਗਵਾਲ ਜੀ ਨੇ ਕਾਫੀਆਂ, ਸ਼ਲੋਕ ਤੇ ਸ਼ਬਦ ਤੇ ਸ਼ਲੋਕ ਕਾਵ ਉੱਪਰ ਆਪਣਾ ਹੱਥ ਅਜ਼ਮਾਇਆ ਸੀ। ਸੋ ਇਹ ਰਹੀ ਅੱਜ ਦੀ ਵੀਡੀਓ, ਕਾਫੀ ਲੰਬੀ ਹੋ ਗਈ ਹੈ, ਆਈ ਨੋ, ਥੋੜੀ ਥੋੜੀ ਕਰਕੇ ਦੇਖ ਲੈਣਾ, ਕੋਈ ਗੱਲ ਨਹੀਂ। ਤੇ ਇਸ ਤਰ੍ਹਾਂ ਹੀ ਹੁਣ ਥੋੜੇ ਥੋੜੇ ਚਿਰ ਬਾਅਦ ਮੈਂ ਵੀਡੀਓਜ਼ ਪਾਉਂਦੀ ਰਹਾਂਗਾ। ਇਸ ਤੋਂ ਇਲਾਵਾ ਤੁਸੀਂ ਅਨਅਕੈਡਮੀ ਤੇ ਜਾ ਕੇ ਫੋਲੋ ਜ਼ਰੂਰ ਕਰੋ, ਵੀਡੀਓਜ਼ ਦੇਖੋ, ਨਿਊ ਜਿਹੜੇ ਟੌਪਿਕ ਹੈਗੇ ਨੇ, ਨਿਊ ਜਿਹੜੇ ਕਨਸੈਪਟ ਲੈ ਕੇ MCQs ਮੈਂ ਬਣਾ ਰਹੀ ਹਾਂ, ਉਹ ਸਾਰੇ ਅਸੀਂ ਨਾਲ ਦੇ ਨਾਲ ਕਰਦੇ ਪਏ ਹਾਂ। ਇਸ ਤੋਂ ਇਲਾਵਾ ਇਹਨਾਂ ਸਾਰਿਆਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੇਗਾ, ਜਾ ਕੇ ਤੁਸੀਂ ਉੱਥੇ ਜ਼ਰੂਰ ਦੇਖ ਸਕਦੇ ਹੋ। ਥੈਂਕ ਯੂ।